ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖਾਂ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖਾਂ ਦਾ ਪ੍ਰੇਮ ਵੇਖ ਕੇ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਦੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਿੱਖ ਦਾ ਜੀ ਪ੍ਰੇਮ ਵੇਖ ਕੇ ਸਿੱਖ ਦਾ ਜੀ ਪ੍ਰੇਮ ਵੇਖ ਕੇ ਸਿੱਖ ਦਾ ਜੀ ਪ੍ਰੇਮ ਵੇਖ ਕੇ ਸਿੱਖ ਦਾ ਸਿੱਖ ਦਾ ਜੀ ਪ੍ਰੇਮ ਦੇਖ ਕੇ ਸਿੱਖ ਦਾ ਜੀ ਪ੍ਰੇਮ ਦੇਖ ਕੇ ਸਿੱਖ ਦਾ ਜੀ ਪ੍ਰੇਮ ਵੇਖ ਕੇ ਸਿੱਖ ਦਾ ਜੀ ਪ੍ਰੇਮ ਵੇਖ ਕੇ ਸਿੱਖ ਦਾ ਜੀ ਪ੍ਰੇਮ ਦੇਖ ਕੇ ਸਿੱਖ ਦਾ ਜੀ ਪ੍ਰੇਮ ਦੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। 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 ਸਤਿਗੁਰ ਕੋਟ ਪੈਂਡਾ ਅਗੋਂ ਲੈਣ ਹਾਂਜੀ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਵੇਖ ਕੇ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ। ਸਿੱਖ ਦਾ ਪ੍ਰੇਮ ਦੇਖ ਕੇ ਸਤਿਗੁਰ ਕੋਟ ਪੈਂਡਾ ਅਗੋਂ ਲੈਣ ਆਉਂਦੇ ਨੇ।
ਸਿੱਖ ਦਾ ਪ੍ਰੇਮ ਦੇਖ ਕੇ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ ਹੈ। ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ, ਗੁਰਗੱਦੀ ਤੇ ਵਿਰਾਜਮਾਨ ਪ੍ਰਤੱਖ ਸਤਿਗੁਰੂ, ਸਾਰੀ ਦੁਨੀਆ ਦੇ ਸਾਂਝੇ ਰਹਿਬਰ, ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਰਸਨਾ ਨੂੰ ਪਵਿੱਤਰ ਕਰੋ, ਗੱਜ ਕੇ ਫਤਿਹ ਬੁਲਾਓ। ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬੜੀ ਹੀ ਮਹਾਨ ਬਖਸ਼ਿਸ਼ ਕੀਤੀ ਹੈ। ਸੇਵਕ ਪਰਿਵਾਰ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਅਤੇ ਸਮੁੱਚੇ ਹੀ ਪਰਿਵਾਰ ਨੂੰ ਗੁਰੂ ਸਾਹਿਬ ਜੀ ਨੇ ਆਪਣੀਆਂ ਸੇਵਾਵਾਂ ਬਖਸ਼ਿਸ਼ ਕੀਤੀਆਂ। ਗੁਰੂ ਜੀ ਦੇ ਚਰਨ ਪਾਸਣ ਦਾ ਜੋ ਸਮਾਂ ਹੈ, ਸਮੁੱਚੇ ਹੀ ਪਰਿਵਾਰ ਨੂੰ ਬਖਸ਼ਿਸ਼ ਹੋਇਆ ਹੈ। ਸਤਿਗੁਰੂ ਜੀ ਦੀ ਜਿਹੜੀ ਸੇਵਾ ਹੈ, ਇਹ ਜਿਨ੍ਹਾਂ ਦੇ ਭਾਗ ਚੰਗੇ ਹੁੰਦੇ ਨੇ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਾ ਕੈ ਮਸਤਕ ਭਾਗ ਸੇ ਸੇਵਾ ਲਾਇਆ। ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹੁੰਦੇ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਆਪਣੀ ਸੇਵਾ ਬਖਸ਼ਦੇ ਨੇ। ਉਹਨਾਂ ਨੂੰ ਗੁਰੂ ਜੀ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਪਾਸੇ ਵੀ ਕਹਿੰਦੇ ਨੇ, ਭਾਗਹੀਣ ਕੋ ਦਰਸ਼ਨ ਨਾਹੀ। ਜਿਨ੍ਹਾਂ ਦੇ ਭਾਗ ਚੰਗੇ ਨਹੀਂ ਹਨ ਉਹਨਾਂ ਨੂੰ ਗੁਰੂ ਜੀ ਦੇ ਦੀਦਾਰ ਵੀ ਨਹੀਂ ਹੁੰਦੇ। ਜਿਨ੍ਹਾਂ ਦੇ ਭਾਗ ਮਾੜੇ ਨੇ ਉਹਨਾਂ ਨੂੰ ਗੁਰੂ ਦਾ ਦੀਦਾਰ ਵੀ ਨਹੀਂ ਹੁੰਦਾ, ਤੇ ਜਿਨ੍ਹਾਂ ਦੇ ਭਾਗ ਚੰਗੇ ਨੇ ਉਹਨਾਂ ਨੂੰ ਗੁਰੂ ਸਾਹਿਬ ਜੀ ਆਪਣੀ ਬੁੱਕਲ 'ਚ ਲੈ ਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਉਹਨਾਂ ਤੋਂ ਸੇਵਾ ਲੈਂਦੇ। ਸੋ ਐਸੇ ਤਰ੍ਹਾਂ ਹੀ ਪਰਿਵਾਰ ਤੇ ਗੁਰੂ ਜੀ ਨੇ ਕਿਰਪਾ ਕੀਤੀ ਹੈ। ਭਾਈ ਗੁਰਦਾਸ ਜੀ ਦੀ ਪਵਿੱਤਰ ਵਾਰ ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਸਾਂਝੀ ਕੀਤੀ ਹੈ। ਭਾਈ ਗੁਰਦਾਸ ਜੀ ਇਸ ਵਾਰ ਦੇ ਵਿੱਚ ਬਚਨ ਕਰਦੇ ਨੇ, ਕਹਿੰਦੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਟ ਹੈ। ਭਾਈ ਸਾਹਿਬ ਜੀ ਕਹਿੰਦੇ, ਜੇਕਰ ਕੋਈ ਗੁਰੂ ਕਾ ਸਿੱਖ ਗੁਰੂ ਦੇ ਰਸਤੇ ਵੱਲ ਨੂੰ ਇੱਕ ਕਦਮ ਪੁੱਟਦਾ ਹੈ, ਗੁਰੂ ਜਿਹੜਾ ਹੈ ਉਹ ਸੈਂਕੜੇ ਨਹੀਂ, ਹਜ਼ਾਰਾਂ ਨਹੀਂ, ਲੱਖਾਂ ਨਹੀਂ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਉਸ ਸਿੱਖ ਵੱਲ ਕਰੋੜਾਂ ਕਦਮ ਪੁੱਟਦਾ ਹੈ ਜਿਹੜਾ ਸਿੱਖ ਗੁਰੂ ਵੱਲ ਨੂੰ ਇੱਕ ਕਦਮ ਪੁੱਟਦਾ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਹੁਣ ਇਹਦੇ ਵਿੱਚ ਅਚਰਜ ਗੱਲ ਕੀ ਹੈ? ਗੁਰੂ ਇੰਨਾ ਗਰੀਬ ਨਵਾਜ ਹੈ, ਸਿੱਖ ਇੱਕ ਕਦਮ ਪੁੱਟਦਾ ਹੈ, ਭਾਈ ਸਾਹਿਬ ਕਹਿੰਦੇ ਗੁਰੂ ਕਰੋੜਾਂ ਕਦਮ ਪੁੱਟਦਾ ਹੈ। ਇਹਦਾ ਅੰਤਰੀਵ ਭਾਵ ਕੀ ਹੈ? ਇਹਦਾ ਅੰਤਰੀਵ ਭਾਵ ਇਹ ਹੈ ਕਿ ਜੇਕਰ ਅਸੀਂ ਥੋੜੀ ਜੀ ਸ਼ਰਧਾ, ਥੋੜੀ ਜੀ ਭਾਵਨਾ ਗੁਰੂ ਦੇ ਪ੍ਰਤੀ ਬਣਾਵਾਂਗੇ, ਸਤਿਗੁਰੂ ਪ੍ਰਤੀ ਬਣਾਵਾਂਗੇ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਕਰੋੜਾਂ ਕਦਮਾਂ ਵਾਂਗ ਅੱਗੇ ਹੋ ਕੇ ਆਪਣੀ ਬੁੱਕਲ 'ਚ ਲੈਣਗੇ। ਭਾਵ ਗੁਰੂ ਸਾਹਿਬ ਜੀ ਆਪਣਾ ਪਿਆਰ ਵਿਖਾਉਣਗੇ ਸਾਨੂੰ। ਸਿੱਖ ਥੋੜਾ ਜਿਹਾ ਤੁਰੇ, ਭਾਵਨਾ ਬਣਾਵੇ, ਸਿੱਖ ਥੋੜੀ ਜੀ ਸ਼ਰਧਾ ਬਣਾਵੇ, ਗੁਰੂ ਨੂੰ ਇੰਨਾ ਪਿਆਰ ਦਿੰਦਾ, ਇੰਨਾ ਪਿਆਰ ਦਿੰਦਾ ਕਿ ਗੁਰੂ ਕੇ ਸਿੱਖ ਤੋਂ ਸਾਂਭਿਆ ਨਹੀਂ ਜਾਂਦਾ।
ਇਹ ਗੁਰੂ ਦਾ ਬਿਰਦ ਹੈ, ਇਹ ਗੁਰੂ ਦਾ ਪਿਆਰ ਵਾਲਾ ਸੁਭਾਅ ਹੈ। ਤੇ ਗੁਰੂ ਤੋਂ ਬਗੈਰ ਇੰਨਾ ਪਿਆਰ ਸਾਧ ਸੰਗਤ ਜੀ ਦੁਨੀਆ ਦੇ ਵਿੱਚ ਕੋਈ ਦੇ ਨਹੀਂ ਸਕਦਾ। ਭਗਤ ਰਵਿਦਾਸ ਜੀ ਨੂੰ ਪੁੱਛਿਆ ਕਿਸੇ ਸਮੇਂ ਉਹਨਾਂ ਦੇ ਸ਼ਰਧਾਲੂਆਂ ਨੇ, ਕਹਿੰਦੇ ਜੀ ਪਰਮੇਸ਼ਰ ਤੋਂ ਬਗੈਰ, ਪ੍ਰਭੂ ਤੋਂ ਬਗੈਰ ਕੋਈ ਦੁਨੀਆ ਵਿੱਚ ਦੂਸਰਾ ਵੀ ਹੈ ਜਿਹੜਾ ਮਨੁੱਖ ਨੂੰ ਪਿਆਰ ਦਿਖਾਵੇ, ਪਰ ਪਿਆਰ ਵੀ ਇੰਨਾ ਵਿਖਾਵੇ ਕਿ ਪਿਆਰ ਦੀ ਹੱਦ ਹੀ ਮੁੱਕ ਜੇ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ, ਕਹਿੰਦੇ ਮੈਨੂੰ ਤਾਂ ਦੁਨੀਆ ਦੇ ਵਿੱਚ ਐਸਾ ਕੋਈ ਨਹੀਂ ਦਿਸਿਆ ਜਿਹੜਾ ਪਰਮੇਸ਼ਰ ਤੋਂ ਵੱਧ ਪਿਆਰ ਵਿਖਾ ਦੇਵੇ। ਆਪਾਂ ਸਾਰੇ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਪ੍ਰੇਮ ਕਰਦੇ ਹਾਂ, ਜਿੰਨਾ ਪਿਆਰ ਮਾਤਾ ਪਿਤਾ ਆਪਣੇ ਬੱਚੇ ਨੂੰ ਕਰਦੇ ਨੇ, ਆਪਾਂ ਸਾਰੇ ਬੱਚਿਆਂ ਵਾਲੇ ਆ, ਮੈਂ ਵੀ ਬੱਚਿਆਂ ਵਾਲਾ। ਸਾਧ ਸੰਗਤ ਜੀ ਬੱਚਿਆਂ ਦਾ ਪਿਆਰ ਉਦੋਂ ਪਤਾ ਲੱਗਦਾ ਜਦੋਂ ਆਪਣੇ ਬੱਚੇ ਹੋ ਜਾਂਦੇ। ਹਰ ਇੱਕ ਮਾਤਾ ਪਿਤਾ ਆਪਣੇ ਬੱਚੇ ਨੂੰ ਅਤਿਅੰਤ ਪਿਆਰ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਪਿਆਰ ਕਰਦੀ ਹੈ, ਗੁਰੂ ਵੀ ਆਪਣੇ ਸਿੱਖ ਨੂੰ ਉਸੇ ਤਰ੍ਹਾਂ ਹੀ ਪਿਆਰ ਕਰਦਾ ਹੈ। ਪਰਮੇਸ਼ਰ ਵੀ ਆਪਣੇ ਭਗਤ ਨੂੰ, ਉਹਦੇ ਸੇਵਕ ਨੂੰ ਐਸਾ ਹੀ ਪਿਆਰ ਪਰਮੇਸ਼ਰ ਦਿੰਦਾ ਜਿਹੋ ਜਿਹਾ ਪਿਆਰ ਮਾਤਾ ਦਿੰਦੀ ਆਪਣੇ ਬੱਚੇ ਨੂੰ। ਭਾਵ ਇੰਨਾ ਪਿਆਰ ਜਿਸ ਪਿਆਰ ਦੀ ਹੱਦ ਹੀ ਮੁੱਕ ਗਈ। ਭਗਤ ਰਵਿਦਾਸ ਜੀ ਕਹਿੰਦੇ ਵੀ ਮੈਂ ਦੁਨੀਆ ਦੇ ਵਿੱਚ ਕੋਈ ਨਹੀਂ ਵੇਖਿਆ, ਮੈਂ ਦੁਨੀਆ ਦੇ ਵਿੱਚ ਐਸਾ ਕੋਈ ਨਹੀਂ ਵੇਖਿਆ ਜਿਹੜਾ ਪਰਮੇਸ਼ਰ ਤੋਂ, ਪ੍ਰਭੂ ਤੋਂ ਜ਼ਿਆਦਾ ਪਿਆਰ ਕਰ ਸਕੇ। ਪਰਮੇਸ਼ਰ ਤਾਂ ਹੱਦ ਹੀ ਮੁਕਾ ਦਿੰਦਾ ਪਿਆਰ ਦੀ, ਜਿਹੜਾ ਉਹਦਾ ਬਣ ਕੇ ਤੁਰਦਾ ਹੈ, ਜਿਹੜਾ ਉਹਨੂੰ ਪਿਆਰ ਕਰਦਾ ਹੈ, ਪਰਮੇਸ਼ਰ ਪਿਆਰ ਵਾਲੀ ਹੱਦ ਮੁਕਾ ਦਿੰਦਾ ਹੈ। ਕਿਵੇਂ ਮੁਕਾ ਦਿੰਦਾ? ਭਗਤ ਰਵਿਦਾਸ ਜੀ ਕਹਿੰਦੇ ਮੈਂ ਇੰਨਾ ਨੀਵਾਂ ਸੀ, ਮੈਂ ਇੰਨਾ ਨੀਚਾ ਸੀ ਕਿ ਮੈਨੂੰ ਪਰਮੇਸ਼ਰ ਜੀ ਨੇ ਇੰਨਾ ਉੱਚਾ ਚੁੱਕ ਦਿੱਤਾ ਜਿੱਥੇ ਜਾ ਕੇ ਹੱਦ ਹੀ ਮੁੱਕ ਜਾਂਦੀ ਹੈ। ਸਾਧ ਸੰਗਤ ਜੀ ਪੜ੍ਹਦੇ ਆ ਨਾ ਸ਼ਬਦ ਭਗਤ ਰਵਿਦਾਸ ਜੀ ਦਾ, ਆਪਣੇ ਸਿੱਖਾਂ ਨੂੰ ਕਹਿੰਦੇ ਨੇ ਭਗਤ ਰਵਿਦਾਸ ਜੀ, ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਐਸੀ ਬਖਸ਼ਿਸ਼ ਕਰਦਾ ਹੈ, ਐਸਾ ਪਿਆਰ ਕਰਦਾ ਹੈ, ਉਹ ਆਪਣੇ ਸੇਵਕ ਨੂੰ ਬੜਾ ਉੱਚਾ ਚੁੱਕ ਦਿੰਦਾ ਹੈ, ਉਹਨੂੰ ਪਦਵੀਆਂ ਤੱਕ ਪਹੁੰਚਾ ਦਿੰਦਾ ਹੈ, ਉਹਨੂੰ ਅਵਸਥਾ ਤੱਕ ਪਹੁੰਚਾ ਦਿੰਦਾ ਹੈ ਜਿੱਥੇ ਤੱਕ ਕੋਈ ਨਹੀਂ ਪਹੁੰਚਦਾ, ਉੱਥੇ ਤੱਕ ਪਰਮੇਸ਼ਰ ਆਪਣੇ ਪਿਆਰੇ ਨੂੰ ਪਹੁੰਚਾ ਦਿੰਦਾ ਹੈ। ਤੇ ਬਾਣੀ ਦੇ ਵਿੱਚ ਕਿਵੇਂ ਕਿਹਾ ਭਗਤ ਰਵਿਦਾਸ ਜੀ ਨੇ, ਪਿਆਰ ਨਾਲ ਪੜੋ। ਐਸੀ ਐਸੀ ਮੇਰੀ ਲਾਲ ਤੁਝ ਬਿਨ ਕੌਣ ਕਰੈ, ਐਸੀ ਐਸੀ ਮੇਰੇ ਲਾਲ ਤੁਝ ਬਿਨ ਕੌਣ ਕਰੈ, ਮੇਰੇ ਲਾਲ ਤੁਝ ਬਿਨ ਕੌਣ ਕਰੈ, ਐਸੀ ਐਸੀ ਮੇਰੇ ਲਾਲ ਤੁਝ ਬਿਨ, ਐਸੀ ਐਸੀ ਮੇਰੀ ਲਾਲ ਤੁਝ ਬਿਨ ਕੌਣ ਕਰੈ, ਐਸੀ ਐਸੀ ਮੇਰੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ ਗੁਸਈਆ ਮੇਰਾ, ਗਰੀਬ ਨਵਾਜ ਗੁਸਈਆ ਮੇਰਾ, ਗੁਸਈਆ ਮੇਰਾ, ਨਿਵਾਜ ਗੁਸਈਆ, ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ ਮੇਰਾ, ਗਰੀਬ ਨਵਾਜ ਗੁਸਈਆ ਮੇਰਾ, ਗਰੀਬ ਨਵਾਜ ਗੁਸਈਆ ਮੇਰਾ, ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ, ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ ਮੇਰਾ, ਨਿਵਾਜ ਗੁਸਈਆ ਮੇਰਾ, ਗਰੀਬ ਨਿਵਾਜ ਗੁਸਈਆ ਮੇਰਾ।
ਕਰੈ ਮਾਥੈ ਛਤਰ ਤਰੈ। ਮਾਥੈ ਛਤਰ ਤਰੈ ਮਾਥੈ ਛਤਰ ਤਰੈ ਮਾਥੈ ਛਤਰ ਤਰੈ ਮਾਥੈ ਛਤਰ ਤਰੈ। ਮਾਥੈ ਛਤਰ ਤਰੈ ਮਾਥੈ ਛਤਰ ਤਰੈ। ਐਸੀ ਐਸੀ ਮੇਰੇ ਲਾਲ ਤੁਝ ਬਿਨ ਕੌਣ ਕਰੈ। 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 ਐਸੀ ਐਸੀ ਮੇਰੀ ਲਾਲ ਤੁਝ ਬਿਨ ਕੌਣ ਕਰੈ। ਐਸੀ ਐਸੀ ਮੇਰੇ ਲਾਲ ਤੁਝ ਬਿਨ ਕੌਣ ਕਰੈ। ਭਗਤ ਰਵਿਦਾਸ ਜੀ ਕਹਿੰਦੇ ਪਰਮੇਸ਼ਰ ਤੋਂ ਬਗੈਰ ਐਸਾ ਪਿਆਰ ਕੌਣ ਦਵੇ। ਸ਼ਬਦ ਉਚਾਰਨ ਕੀਤਾ, ਕਹਿੰਦੇ ਐਸੀ ਲਾਲ ਤੁਝ ਬਿਨ ਕੌਣ ਕਰੈ। ਗਰੀਬ ਨਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ। ਪਰਮੇਸ਼ਰ ਜੀ ਕਾਹਦਾ ਛਤਰ ਧਰਦੇ ਨੇ ਮੱਥੇ ਦੇ ਉੱਤੇ ਆਪਣੇ ਸੇਵਕ ਦੇ? ਵਡਿਆਈ ਦਾ ਛਤਰ, ਝੂਠੀ ਵਡਿਆਈ ਨਹੀਂ। ਦੁਨੀਆ ਦੀਆਂ ਜਿਹੜੀਆਂ ਵਡਿਆਈਆਂ ਨੇ ਸਾਧ ਸੰਗਤ ਜੀ, ਉਹ ਝੂਠੀਆਂ ਨੇ। ਗੁਰਬਾਣੀ ਕਹਿੰਦੀ ਹੈ ਮਾਇਆ ਕੀ ਸੋਭਾ ਚਾਰ ਦਿਹਾ, ਜਾਂਦੀ ਬਿਲਮ ਨਾ ਹੋਏ। ਫਿਰ ਕਿਹੜੀ ਸੋਭਾ ਸੰਸਾਰ 'ਚ ਰਹਿੰਦੀ ਹੈ? ਇਸ ਯੁਗ ਮਹਿ ਸੋਭਾ ਨਾਮ ਕੀ। ਜਿਨ੍ਹਾਂ ਨੇ ਪਰਮੇਸ਼ਰ ਦੀ ਬੰਦਗੀ ਕੀਤੀ, ਉਹਨਾਂ ਨੂੰ ਸੱਚਾ ਪਿਆਰ ਕੀਤਾ ਹੈ। ਬੰਦਗੀ ਦੇ ਸਾਧ ਸੰਗਤ ਜੀ ਅਨੇਕਾਂ ਢੰਗ ਨੇ। ਬੰਦਗੀ ਕੇਵਲ ਤੇ ਕੇਵਲ ਆਪਾਂ ਜੇ ਸੋਚੀਏ ਵੀ ਚੌਂਕੜਾ ਮਾਰ ਕੇ ਕੀਤੀ ਜਾਵੇ, ਚੌਂਕੜਾ ਮਾਰ ਕੇ ਵੀ ਬੰਦਗੀ ਹੁੰਦੀ ਹੈ। ਆਪਾਂ ਆਪਣੀ ਕਿਰਤ ਕਮਾਈ ਕਰਦਿਆਂ ਵੀ ਬੰਦਗੀ ਕਰ ਸਕਦੇ ਹਾਂ। ਬੰਦਗੀ ਦੇ ਅਨੇਕਾਂ ਰੂਪ ਨੇ, ਅਣਗਿਣਤ ਰੂਪ ਨੇ ਬੰਦਗੀ ਪਰਮੇਸ਼ਰ ਨੂੰ ਯਾਦ ਕਰਨ ਦੇ। ਸੁੱਤਿਆਂ ਵੀ ਪਰਮੇਸ਼ਰ ਨੂੰ ਯਾਦ ਕੀਤਾ ਜਾ ਸਕਦਾ ਹੈ। ਤੁਰਦਿਆਂ ਫਿਰਦਿਆਂ ਵੀ ਪਰਮੇਸ਼ਰ ਨੂੰ ਯਾਦ ਕੀਤਾ ਜਾ ਸਕਦਾ ਹੈ। ਬੈਠਿਆਂ, ਖਾਂਦਿਆਂ, ਕੰਮ ਕਰਦਿਆਂ, ਕਿੰਨੇ ਰੂਪ ਨੇ ਭਗਤੀ ਦੇ, ਕਿੰਨੇ ਰੂਪ ਨੇ ਬੰਦਗੀ ਦੇ। ਜਿਹਨੂੰ ਜਿਹੋ ਜੀ ਬੰਦਗੀ ਦਾ ਹਿੱਸਾ ਆ, ਉਹਨੇ ਉਸ ਤਰ੍ਹਾਂ ਦੀ ਬੰਦਗੀ ਕੀਤੀ। ਸਾਧ ਸੰਗਤ ਜੀ ਭਗਤ ਤਰਲੋਚਨ ਜੀ ਨਾਮਦੇਵ ਜੀ ਨੂੰ ਪੁੱਛਦੇ, ਸੁਣਿਆ ਸੀ ਨਾਮਦੇਵ ਬੰਦਗੀ ਕਰਦਾ, ਪਰਮੇਸ਼ਰ ਦਾ ਭਜਨ ਕਰਦਾ। ਸੋਚਿਆ ਜਾ ਕੇ ਵੇਖ ਕੇ ਵੀ ਆਵਾਂ ਕਿ ਬੰਦਗੀ ਕਰਦਾ ਕਿਵੇਂ ਹੈ। ਤਰਲੋਚਨ ਜੀ ਨੂੰ ਇਹ ਸੀ ਕਿ ਬਸ ਚੌਂਕੜਾ ਲਾ ਕੇ ਸਾਰਾ ਦਿਨ ਬੈਠੇ ਰਹਿੰਦੇ ਹੋਣਗੇ, ਬੰਦਗੀ ਕਰਦੇ ਹੁੰਦੇ ਰਹਿਣਗੇ। ਅੱਜ ਜਾ ਕੇ ਵੇਖਾਂ ਕਿਵੇਂ ਬੰਦਗੀ ਕਰਦੇ ਨੇ, ਕਿਵੇਂ ਭਗਤੀ ਕਰਦੇ ਨੇ। ਜਦੋਂ ਭਗਤ ਨਾਮਦੇਵ ਜੀ ਦੇ ਘਰ ਪਹੁੰਚੇ ਭਗਤ ਤਰਲੋਚਨ ਜੀ, ਕੀ ਵੇਖਿਆ? ਸਾਧ ਸੰਗਤ ਜੀ ਕੱਪੜੇ ਦਾ ਕੰਮ ਸੀ ਭਗਤ ਨਾਮਦੇਵ ਜੀ ਦਾ, ਕਿਉਂਕਿ ਸ਼ੀਂਬਾ ਜਾਤ ਦੇ ਨਾਲ ਸੰਬੰਧਿਤ ਸਨ। ਵੈਸੇ ਅਕਾਲ ਪੁਰਖ ਜੀ ਦੇ ਘਰ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ। ਲੋਕਾਚਾਰੀ ਜੋ ਸਮੇਂ ਦੇ ਹਾਲਾਤਾਂ ਦੇ ਨਾਲ ਜਿਹੜੀਆਂ ਜਾਤਾਂ ਬਣੀਆਂ ਸਨ, ਜਿਹੜੀ ਜਾਤ ਹੁੰਦੀ ਸੀ ਉਸ ਜਾਤ ਦੇ ਮੁਤਾਬਕ ਹੀ ਉਹਨੂੰ ਗਿਣਿਆ ਜਾਂਦਾ ਸੀ। ਐਸਾ ਸਮਾਂ ਸੀ ਉਹ। ਗੁਰੂ ਦੀ ਬਾਣੀ ਨੇ, ਭਗਤਾਂ ਨੇ ਜਾਤ ਪਾਤ ਦੇ ਬੋਲ ਬਾਲੇ ਨੂੰ ਖਤਮ ਕੀਤਾ। ਜਦੋਂ ਆਪਣਾ ਕਿੱਤਾ ਕਰ ਰਹੇ ਨੇ, ਹੱਥੀਂ ਕੰਮ ਕਰ ਰਹੇ ਨੇ,
ਕੱਪੜੇ ਦਾ। ਭਗਤ ਤ੍ਰਿਲੋਚਨ ਜੀ ਨੂੰ ਬੜੀ ਹੈਰਾਨੀ ਹੋਈ ਵੀ ਦੁਨੀਆ ਦੇ ਲੋਕ ਤਾਂ ਕਹਿੰਦੇ ਨੇ ਨਾਮਦੇਵ ਨਾਮ ਜਪਦਾ ਨਾਮ ਜਪਦਾ, ਤੇ ਇਹ ਤਾਂ ਹੋਰ ਹੀ ਨਿਕਲਿਆ ਕੁਛ, ਇਹ ਤਾਂ ਕੰਮ ਕਰਦਾ, ਇਹ ਤਾਂ ਆਪਣਾ ਕਿੱਤਾ ਕਰ ਰਿਹਾ, ਆਪਣਾ ਕੰਮ ਕਰ ਰਿਹਾ। ਲੋਕੀ ਕਹਿੰਦੇ ਨੇ ਨਾਮਦੇਵ ਬੰਦਗੀ ਕਰਦਾ। ਜਦੋਂ ਕੋਲ ਗਏ ਹੈਰਾਨ ਹੋ ਕੇ ਪੁੱਛਦੇ ਐ, ਕਹਿੰਦੇ ਭਗਤ ਨਾਮਦੇਵ ਜੀ, ਮੈਂ ਬੜਿਆ ਸੁਣਿਆ ਤੁਸੀਂ ਨਾਮ ਜਪਦੇ ਹੋ, ਪਰ ਤੁਸੀਂ ਤਾਂ ਕੰਮ ਕਰ ਰਹੇ ਹੋ। ਬਚਨ ਕੀਤਾ ਨਾਮਾ ਮਾਇਆ ਮੋਹਿਆ ਕਹਿ ਤਲੋਚਨ ਮੀਤ। ਕਹਿੰਦੇ ਐ ਤਲੋਚਨ ਮਿੱਤਰ ਕਹਿੰਦਾ ਨਾਮਦੇਵ, ਤੂੰ ਤਾਂ ਮਾਇਆ ਚ ਮੋਇਆ ਹੋਇਆ, ਕੰਮ ਚ ਮੋਇਆ ਹੋਇਆ ਦੁਨੀਆ ਦੇ। ਕਾਹੇ ਸ਼ੀਪੋ ਸ਼ਾਇਲ ਹੈ। ਸ਼ੀਪੋ ਤੋਂ ਭਾਵ ਉਹਨਾਂ ਦੀ ਜਾਤ ਦਾ ਨਾਮ ਸ਼ੀਂਬਾ। ਕਾਹੇ ਸ਼ੀਪੋ ਸ਼ਾਇਲ ਹੈ, ਰਾਮ ਨਾ ਲਾਵੋ ਚੀਤ। ਲੋਕੀ ਕਹਿੰਦੇ ਬੰਦਗੀ ਕਰਦੇ ਹੋ, ਤੁਸੀਂ ਤਾਂ ਮੰਨਦਾ ਉਹੋ ਜਿਹਾ ਨਾਮ। ਭਗਤ ਨਾਮਦੇਵ ਜੀ ਕਹਿੰਦੇ ਤ੍ਰਿਲੋਚਨ ਜੀ, ਮੁਖ ਤੇ ਪਰਮੇਸ਼ਰ ਦੇ ਨਾਮ ਨੂੰ ਸੰਭਾਲੋ, ਬੰਦਗੀ ਪਰਮੇਸ਼ਰ ਦੀ, ਹੱਥਾਂ ਪੈਰਾਂ ਦੇ ਨਾਲ ਕਿਰਤ ਕਰੋ, ਤੇ ਜਿਹੜਾ ਰਹਿ ਗਿਆ ਚਿੱਤ ਆਪਣਾ ਮਨ, ਉਹਨੂੰ ਕਿੱਥੇ ਜੋੜਨਾ ਜੀ? ਚੀਤ ਨਿਰੰਜਨ ਨਾਲ। ਇਸ ਤਰ੍ਹਾਂ ਸਾਧ ਸੰਗਤ ਜੀ ਭਗਤ ਨਾਮਦੇਵ ਜੀ ਤ੍ਰਿਲੋਚਨ ਨੂੰ ਕਹਿੰਦੇ ਨੇ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਹੱਥੀ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਹਰੀ ਦੇ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਚਿੱਤ ਹਰੀ ਦੇ ਨਾਮ ਨਾਲ ਜੋੜੀਏ। ਚਿੱਤ ਹਰੀ ਦੇ ਨਾਮ ਨਾਲ, ਹਾਂਜੀ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਚਿੱਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਨਾਲ ਜੋੜੀਏ, ਇਹ ਕੰਮ ਕਰੀਏ।
ਕੰਮ ਕਰੀਏ, ਜਿਤ ਹਰੀ ਦੇ ਨਾਮ ਨਾਲ ਜੋੜੀਏ, ਹੱਥੀ ਪੈਰੀ ਕੰਮ ਕਰੀਏ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਮਿੱਤਰਾ, ਪਰਮੇਸ਼ਰ ਦਾ ਨਾਮ ਮੁਖ ਤੇ ਰਸਨਾ ਤੇ ਸੰਭਾਲ। ਬੰਦਗੀ ਦੀ ਗੱਲ ਕਰਦਾ ਹੈ, ਪਰਮੇਸ਼ਰ ਦੇ ਭਜਨ ਦੀ ਗੱਲ ਕਰਦਾ ਹੈ। ਰੱਬ ਦੇ ਪਰਮੇਸ਼ਰ ਦੇ ਨਾਮ ਨੂੰ ਮੁਖ ਤੇ ਸੰਭਾਲਦਾ ਹੋਇਆ, ਹੱਥਾਂ ਪੈਰਾਂ ਦੇ ਨਾਲ ਕਿਰਤ ਕਰਦਾ ਹੋਇਆ, ਆਪਣੇ ਚਿੱਤ ਨੂੰ, ਆਪਣੇ ਮਨ ਨੂੰ, ਆਪਣੇ ਹਿਰਦੇ ਨੂੰ ਪਰਮੇਸ਼ਰ ਦੇ ਨਾਲ ਜੋੜ ਲੈ। ਬੰਦਗੀ ਕਿਤੇ ਦੂਰ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਜਿਹਦੀ ਕਿਰਤ ਸੁੱਚੀ ਹੈ ਨਾ, ਕਿਰਤ ਸੁੱਚੀ, ਉਹ ਕੁਝ ਵੀ ਨਾ ਕਰੇ ਤਾਂ ਵੀ ਪ੍ਰਵਾਨ ਹੋ ਜਾਂਦਾ ਹੈ। ਪਰ ਕੰਡੀਸ਼ਨ ਕੀ ਹੈ, ਸ਼ਰਤ ਕੀ ਹੈ? ਕਿਰਤ ਸੁੱਚੀ ਹੋਵੇ, ਕੁਝ ਵੀ ਨਾ ਕਰੇ ਉਹ, ਬਸ ਉਹਦੀ ਕਿਰਤ ਦੇ ਵਿੱਚ ਸਾਧ ਸੰਗਤ ਦੀ ਸਚਾਈ, ਕੋਈ ਫਰੇਬ, ਕੋਈ ਦਗਾ ਨਾ ਹੋਵੇ, ਬੇਈਮਾਨੀ ਨਾ ਹੋਵੇ। ਕਿਰਤ ਸੁੱਚੀ ਕਰਨ ਵਾਲਾ ਮਨੁੱਖ ਵੀ ਸਮਝ ਲਓ ਬੰਦਗੀ ਕਰ ਰਿਹਾ। ਬੰਦਗੀ ਦੇ ਅਨੇਕਾਂ ਰੂਪ ਨੇ। ਕਹਿੰਦੇ ਤਰਲੋਚਨ ਦੀ, ਤੁਹਾਨੂੰ ਹੀ ਲੱਗਦਾ ਵੀ ਮੈਂ ਕੰਮ ਕਰਦਾ, ਮੈਂ ਕੰਮਕਾਰ ਕਰਦਾ ਕਰਦਾ ਆਪਣੇ ਚਿੱਤ ਵਿੱਚ ਪਰਮੇਸ਼ਰ ਨੂੰ ਵਸਾ ਕੇ ਰੱਖਿਆ ਹੋਇਆ ਹੈ। ਪਰਮੇਸ਼ਰ ਦੀ ਬੰਦਗੀ ਮੈਂ ਕੰਮਕਾਰ ਕਰਦਾ ਕਰਦਾ ਹੀ ਕਰ ਲੈਂਦਾ। ਸਾਧ ਸੰਗਤ ਦੀ ਅਵਸਥਾ ਹੈ, ਆਪਾਂ ਵੀ ਕਰ ਸਕਦੇ ਹਾਂ। ਕੋਈ ਸਫ਼ਰ ਤੇ ਜਾ ਰਹੇ ਹਾਂ, ਰੋਟੀ ਆਪਾਂ ਸਾਰੇ ਖਾਂਦੇ ਆ, 3 ਵਾਰ ਖਾਂਦੇ ਆ ਦਿਨ 'ਚ। ਤੇ ਜੇ ਰੋਟੀ ਖਾਣ ਲੱਗਿਆ, ਪ੍ਰਸ਼ਾਦਾ ਛਕਣ ਲੱਗਿਆ, ਤੇ ਜੇ ਇੱਕ ਵਾਰ ਆਪਾਂ ਇਹ ਕਹਿ ਦਈਏ ਛਕਣ ਤੋਂ ਪਹਿਲਾਂ ਕਿ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਸਮਝ ਲਓ ਵੀ ਪ੍ਰਸ਼ਾਦਾ ਭੋਜਨ ਛਕਦਿਆਂ ਵੀ ਅਸੀਂ ਯਾਦ ਕਰ ਲਿਆ ਪਰਮੇਸ਼ਰ। ਕਿੰਨੀ ਕੁ ਗੱਲ ਹੈ ਵੀ ਭੋਜਨ ਛਕਣ ਲੱਗੇ ਆ, ਸਿਰਫ ਕਹਿਣਾ ਨਹੀਂ, ਬੋਲਣਾ ਨਹੀਂ, ਅੰਦਰ ਹੀ ਕਹਿਣਾ ਵੀ ਪਰਮੇਸ਼ਰ ਜੀ ਤੇਰਾ ਦਿੱਤਾ ਖਾਂਦੇ। ਸਮਝ ਲਓ ਭੋਜਨ ਖਾਂਦਿਆਂ ਵੀ ਅਸੀਂ ਬੰਦਗੀ ਕਰ ਰਹੇ ਹਾਂ। ਚੰਗਾ ਪਹਿਨਣ ਲੱਗੇ ਆ, ਪਰਮੇਸ਼ਰ ਵਾਹਿਗੁਰੂ ਜੀ ਨੂੰ ਯਾਦ ਕਰ ਲਓ ਕਿ ਸੱਚੇ ਪਾਤਸ਼ਾਹ ਜੀ ਤੇਰਾ ਦਿੱਤਾ ਹੀ ਪਹਿਨ ਰਹੇ ਆ। ਸਮਝ, ਪਹਿਨਣ ਲੱਗੇ ਪਰਮੇਸ਼ਰ ਨੂੰ ਯਾਦ। ਤੇ ਜੇ ਸਵੇਰੇ ਉੱਠੇ ਆ, ਆਪਣੀ ਨਬਜ ਪਕੜ ਕੇ ਵੇਖੋ, ਆਪਣੇ ਦਿਲ ਤੇ ਹੱਥ ਰੱਖ ਕੇ ਵੇਖੋ, ਸਾਹ ਚੱਲਦੇ ਨੇ? ਜੇ ਸਾਹ ਚੱਲਦੇ ਨੇ, ਬਸ ਇੰਨਾ ਹੀ ਕਹਿਣਾ ਵੀ ਪਰਮੇਸ਼ਰ ਜੀ ਤੁਹਾਡੀ ਕਿਰਪਾ ਦੇ ਨਾਲ ਮੇਰੀ ਸਾਹ ਚੱਲ ਰਹੇ ਨੇ, ਵੀ ਤੇਰੀ ਕਿਰਪਾ ਨਾਲ ਹੀ। ਕਿਉਂਕਿ ਸਾਧ ਸੰਗਤ ਜੀ, ਪਰਮੇਸ਼ਰ, ਆਪਾਂ ਕਹਿੰਦੇ ਨਾ ਵੀ ਪਰਮੇਸ਼ਰ ਦੇ ਹੁਕਮ ਤੋਂ ਬਗੈਰ ਪੱਤਾ ਨਹੀਂ ਝੁੱਲਦਾ। ਜਿਹੜਾ ਸਾਡਾ ਸਰੀਰ ਹਰਕਤ ਕਰਦਾ ਹੈ, ਜੋ ਐਕਟੀਵਿਟੀ ਅਸੀਂ ਕਰਦੇ ਆ, ਇਹ ਸਾਰੀ ਪਰਮੇਸ਼ਰ ਜੀ ਦੀ ਦੇਣ ਹੈ। ਉਹਨੇ ਚਲਾਇਆ ਹੋਇਆ। ਉਹਨੇ ਗੁਫਾ ਅੰਦਰ ਰੱਖ ਕੇ, ਪੜ੍ਹਦੇ ਨਾ ਆਪਾਂ ਰਾਮਕਲੀ ਬਾਣੀ ਦੇ ਵਿੱਚ, ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਆ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਏ। ਪਾਉਣ ਦਾ ਵਾਜਾ ਪਰਮੇਸ਼ਰ ਜੀ ਵਜਾ ਰਹੇ ਨੇ। ਜਿਵੇਂ ਆਹ ਵਾਜਾ ਨਾ ਹਾਰਮੋਨੀਅਮ ਕਹਿੰਦੇ ਹਨ। ਜੇ ਇਹਦੇ ਵਿੱਚ ਮੈਂ ਹਵਾ ਨਾ ਭਰਾਂ ਤੇ ਇਹਦੀਆਂ ਸੁਰਾਂ ਨਹੀਂ ਬੋਲਣਗੀਆਂ। ਜਿੰਨੀਆਂ ਮਰਜ਼ੀ ਮੈਂ ਦਵਾਈ ਜਾਵਾਂ, ਇਹ ਨਹੀਂ ਬੋਲਣਗੀਆਂ। ਬੋਲਣਗੀਆਂ ਕਦੋਂ? ਜਦੋਂ ਇਹਦੇ ਵਿੱਚ ਹਵਾ ਭਰਾਂਗੇ। ਇੱਥੋਂ ਹਵਾ ਭਰਦੇ ਆ। ਐਸੇ ਤਰ੍ਹਾਂ ਹੀ ਸਾਡੇ ਅੰਦਰ ਵਾਜਾ ਪਵਨ ਵਜਾਇਆ ਵਾਜਾ ਪਾਉਣ, 9 ਦੁਆਰੇ ਪ੍ਰਗਟ ਕੀਏ। 9 ਦੁਆਰੇ ਪਰਮੇਸ਼ਰ ਜੀ ਨੇ ਜਿਹੜੇ ਕਰਮਿੰਦਰੇ ਨੇ ਉਹ ਪ੍ਰਗਟ ਕੀਤੇ ਨੇ। 10ਵਾਂ ਗੁਪਤ ਰਖਾਇਆ, ਉਹਦੇ ਅੰਦਰ ਪਾਉਣ ਦਾ ਵਾਜਾ ਵਜਾਇਆ ਪਰਮੇਸ਼ਰ ਵਾਹਿਗੁਰੂ ਨੇ। ਜਿਸ ਪਾਉਣ ਦੇ ਨਾਲ ਸਾਡੀਆਂ ਅੱਖਾਂ ਕੰਮ ਕਰ ਰਹੀਆਂ, ਸਾਡੇ ਕੰਨ ਕੰਮ ਕਰ ਰਹੇ ਨੇ, ਸਾਡੀ ਜੀਭ ਕੰਮ ਕਰ ਰਹੀ ਹੈ, ਸਾਡੇ ਹੱਥ ਪੈਰ ਕੰਮ ਕਰ ਰਹੇ ਨੇ। ਹਰ ਇੱਕ ਚੀਜ਼, ਹਰ ਇੱਕ ਪਾਰਟ ਜਿਹੜਾ ਸਾਡੀ ਬਾਡੀ ਦਾ, ਉਹ ਉਹਦੇ ਨਾਲ ਹੀ ਰਿਲੇਟਡ ਹੈ। ਉਹਦੇ ਨਾਲ ਹੀ
ਉਹਦੀ ਅਟੈਚਮੈਂਟ ਹੈ। ਤੇ ਉਹ ਇਹੀ ਕਹਿਣਾ ਵੀ ਪਰਮੇਸ਼ਰ ਜੀ ਤੁਹਾਡੇ ਨਾਲ ਹੀ ਸਾਹ ਲੈ ਰਹੇ ਹਾਂ, ਇਹ ਵੀ ਬੰਦਗੀ ਹੋ। ਜ਼ਰੂਰੀ ਨਹੀਂ ਵੀ ਮਾਲਾ ਫੜ ਕੇ ਬਹਿਣਾ, ਨਹੀਂ। ਸੱਚੀ ਸੁੱਚੀ ਕਿਰਤ ਕਰਦਾ ਮਨੁੱਖ, ਨਾਨਕ ਹਸੰਦਿਆਂ ਖਿਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਦੇਖੋ ਕਿੰਨਾ ਸੁਖਾਲਾ ਕਰ ਦਿੱਤਾ। ਨਹੀਂ ਪੁੱਠੇ ਲਟਕਣਾ ਪੈਂਦਾ ਸੀ, ਜਲ ਧਾਰੇ ਕਰਨੇ ਪੈਂਦੇ ਸੀ, ਧੂਣੀਆਂ ਤਾਪਣੀਆਂ ਪੈਂਦੀਆਂ ਸੀ, ਜੰਗਲਾਂ 'ਚ ਰਹਿਣਾ ਪੈਂਦਾ ਸੀ, ਅੰਨ ਛੱਡਣਾ ਪੈਂਦਾ ਸੀ, ਕਿੰਨਾ ਕੁਛ ਕਰਨਾ ਪੈਂਦਾ ਸੀ, ਤਾਂ ਵੀ ਪਰਮੇਸ਼ਰ ਮਿਲਦਾ ਨਹੀਂ ਸੀ। ਅਜੇ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ। ਫਰੀਦ ਸਾਹਿਬ ਜੀ ਜੰਗਲ ਨੂੰ ਚਲੇ ਗਏ, ਕਹਿੰਦੇ ਰੱਬ ਦੀ ਪ੍ਰਾਪਤੀ ਕਰਨੀ, ਰੱਬ ਦੀ ਪ੍ਰਾਪਤੀ ਕਰਨੀ। ਤੇ ਜਦੋਂ ਜੰਗਲਾਂ 'ਚ ਗਏ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੂਹੋ ਪੇ ਦੇਖਣ ਕੀ ਆਸ। ਤੇ ਕਹਿੰਦੇ ਉਹ ਜੰਗਲ ਦੇ ਵਿੱਚ ਭੁੱਖੇ ਰਹਿ ਕੇ ਇੰਨੀਆਂ ਕਸ਼ਟ ਸਹਾਰ ਕੇ ਵੀ ਕਹਿੰਦੇ ਅਜੇ ਸੋ ਰੱਬ ਨਾ ਬਹੁੜਿਓ, ਹਲੇ ਵੀ ਰੱਬ ਨਹੀਂ ਮਿਲਿਆ। ਤੇ ਜਦੋਂ ਪਤਾ ਲੱਗਿਆ ਨਾ, ਅੰਦਰੋਂ ਆਵਾਜ਼ ਆਈ ਵੀ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜ, ਇਹ ਵਸੀ ਰੱਬ ਹਿਆਲੀ ਹੈ। ਹਿਆਲੀਆ ਕਹਿੰਦੇ ਨੇ ਆਪਣੇ ਹਿਰਦੇ ਨੂੰ। ਅਸੀਂ ਆਪਣੇ ਹਿਰਦੇ ਵਿੱਚੋਂ ਪਰਮੇਸ਼ਰ ਬਾਹਰ ਨਹੀਂ ਲੱਭਦਾ, ਉਹ ਅੰਦਰ ਹੀ ਲੱਭਦਾ। ਉਹਦੀ ਖੋਜ ਅੰਦਰ ਦੀ ਹੈ। ਜਦੋਂ ਆਪਾਂ ਆਪਣਾ ਆਪਾ ਜਾਣਾਂਗੇ ਨਾ, ਫਿਰ ਪਰਮੇਸ਼ਰ ਦੀ ਸਮਝ ਆਉਂਦੀ ਹੈ। ਫਿਰ ਇਉਂ ਲੱਗਦਾ ਵੀ ਉਹ ਸਾਡੇ ਨਾਲ ਹੀ ਹੈ, ਸਾਡੇ ਨਾਲ ਨਾਲ ਘੁੰਮਦਾ। ਜਿੱਧਰ ਨੂੰ ਜਾਂਦੇ ਆ, ਜੈ ਜੈ ਪੇਖੋ ਤਹਿ ਹਜੂਰ, ਦੂਰ ਕਤਹੁ ਨਾ ਜਾਈ। ਫਿਰ ਪੱਤਿਆਂ 'ਚ ਵੀ ਦਿਸਦਾ, ਹਰ ਇੱਕ ਚੀਜ਼ ਤੇ ਦਿਸਦਾ ਵੀ ਉਹ ਨਾਲ ਜਾ ਰਿਹਾ ਹੈ। ਵਸੀ ਰੱਬ ਹਿਆਲੀ ਹੈ, ਜੰਗਲ ਕਿਆ ਢੂੰਡੇ। ਫਰੀਦ ਸਾਹਿਬ ਕਹਿੰਦੇ ਤੂੰ ਜੰਗਲਾਂ ਵਿੱਚ ਕਿਉਂ ਢੂੰਡਦਾ ਰਿਹਾ, ਲੱਭਦਾ ਰਿਹਾ? ਉਹ ਤਾਂ ਤੇਰੇ ਅੰਦਰ ਹੀ ਵਸ ਰਿਹਾ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਭਰਮ ਭੁਲਾਇਆ। ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ। ਕਸਤੂਰੀ ਦੀ ਸੁਗੰਧੀ ਬਹੁਤ ਵਧੀਆ ਹੁੰਦੀ ਹੈ। ਜਦੋਂ ਆਪਾਂ ਉਹਦੀ ਸੁਗੰਧੀ ਲੈਨੇ ਆ ਨਾ, ਕਸਤੂਰੀ ਦੀ ਬੜੀਆਂ ਮਹਿਕਾਂ ਮਾਰਦੀ ਹੈ। ਉਹ ਕਸਤੂਰੀ ਜਿਹੜੀ ਹੈ ਹਿਰਨ ਦੇ ਨਾਭੀ ਵਿੱਚ ਪੈਦਾ ਹੁੰਦੀ ਹੈ। ਹੁਣ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਹੈ, ਉਹ ਕਸਤੂਰੀ ਦੀ ਸੁਗੰਧ ਆਲੇ ਦੁਆਲੇ ਫੈਲ ਰਹੀ ਹੈ। ਉਹ ਸੁਗੰਧੀ ਉਸ ਹਿਰਨ ਨੂੰ ਵੀ ਆ ਰਹੀ ਹੈ, ਮਿਰਗ ਨੂੰ। ਤੇ ਹਿਰਨ ਕੀ ਕਰਦਾ ਹੈ? ਉਸ ਹੈ ਤਾਂ ਉਹਦੀ ਨਾਭੀ 'ਚ ਹੀ ਹੈ ਕਸਤੂਰੀ, ਪਰ ਉਹ ਝਾੜੀਆਂ ਦੇ ਵਿੱਚ ਲੱਭਦਾ ਫਿਰਦਾ। ਝਾੜੀਆਂ ਦੇ ਵਿੱਚ, ਬਨਸਪਤੀ ਦੇ ਵਿੱਚ ਲੱਭਦਾ ਫਿਰਦਾ ਵੀ ਇਹ ਜਿਹੜੀ ਸੁਗੰਧੀ ਹੈ ਆਉਂਦੀ ਕਿੱਥੋਂ। ਤੇ ਸਾਧ ਸੰਗਤ ਜੀ ਉਹ ਝਾੜੀਆਂ 'ਚ ਟੱਕਰਾਂ ਮਾਰਦਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਿਰਨ ਦੇ ਕੋਲ ਉਹਦੀ ਨਾਭੀ ਦੇ ਵਿੱਚ ਕਸਤੂਰੀ ਹੈ, ਜਿਹਦੀ ਸੁਗੰਧੀ ਲੈ ਰਿਹਾ। ਉਹਨੂੰ ਲੱਭਦਾ ਲੱਭਦਾ ਹਿਰਨ ਝਾੜੀਆਂ ਤਾਂ ਟੱਕਰਾਂ ਮਾਰ ਰਿਹਾ ਹੈ, ਉੱਥੋਂ ਉਹਨੂੰ ਕਸਤੂਰੀ ਨਹੀਂ ਲੱਭ ਰਹੀ। ਕਹਿੰਦੇ ਉਹਨੂੰ ਵਿਚਾਰੇ ਨੂੰ ਇਹ ਨਹੀਂ ਪਤਾ ਜਿਸ ਕਸਤੂਰੀ ਨੂੰ ਲੱਭ ਰਿਹਾ ਹੈ ਉਹਦੇ ਕੋਲ ਹੀ ਹੈ। ਰੱਬ ਵੀ ਸਾਡੇ ਅੰਦਰ ਹੀ ਹੈ। ਸਾਧ ਸੰਗਤ ਜੀ ਆਪਾਂ ਆਲੇ ਦੁਆਲੇ ਲੱਭ ਰਹੇ। ਫਰੀਦ ਸਾਹਿਬ ਕਹਿੰਦੇ ਭਾਈ ਉਹ ਤਾਂ ਤੇਰੇ ਤੋਂ ਵੱਖ ਨਹੀਂ, ਤਾਂ ਤੇਰੀ ਵੇਖਣ ਵਾਲੀ ਅੱਖ ਨਹੀਂ। ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਂ ਪੇਰੀ। ਇਸ ਤਰ੍ਹਾਂ ਭਗਤ ਫਰੀਦ ਜੀ ਕਹਿੰਦੇ ਆ, ਕਹਿੰਦੇ ਮੈਂ ਤਾਂ ਐਵੇਂ ਜੰਗਲਾਂ 'ਚ ਫਿਰਦਾ ਰਿਹਾ, ਜਦੋਂ ਲੱਭਿਆ ਆਪਣੇ ਅੰਦਰੋਂ ਹੀ ਲੱਭਿਆ ਪਰਮੇਸ਼ਰ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ। ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵਸਦਾ ਏ। ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ
ਤੇਰੇ ਅੰਦਰ ਵਸਦਾ ਏ ਜਿਹਦੀਆਂ ਭਾਰਤ ਲਾਸ਼ਾਂ ਕਰਦੇ ਓ ਤੇਰੇ ਅੰਦਰ ਵਸਦਾ ਏ ਜਿਹਦੀਆਂ ਭਾਰਤ ਲਾਸ਼ਾਂ ਕਰਦੇ ਓ ਤੇਰੇ ਅੰਦਰ ਵਸਦਾ ਏ ਲਾਸ਼ਾਂ ਕਰਦਾ ਓ ਤੇਰੇ ਅੰਦਰ ਵਸਦਾ ਏ ਜਿਹਦੀਆਂ ਭਾਰਤ ਲਾਸ਼ਾਂ ਕਰਦਾ ਓ ਤੇਰੇ ਅੰਦਰ ਵਸਦਾ ਏ ਅੰਦਰ ਵਸਦਾ ਏ ਓ ਤੇਰੇ ਅੰਦਰ ਵਸਦਾ ਏ ਅੰਦਰ ਵਸਦਾ ਏ ਓ ਤੇਰੇ ਅੰਦਰ ਵਸਦਾ ਏ ਓ ਤੇਰੇ ਅੰਦਰ ਵਸਦਾ ਅੰਦਰ ਵਸਦਾ ਜੀ ਅੰਦਰ ਵਸਦਾ ਅੰਦਰ ਵਸਦਾ ਏ ਓ ਤੇਰੇ ਅੰਦਰ ਵਸਦਾ ਏ ਅੰਦਰ ਵਸਦਾ ਏ ਓ ਤੇਰੇ ਅੰਦਰ ਵਸਦਾ ਏ ਅੰਦਰ ਵਸਦਾ ਜੀ ਓ ਤੇਰੇ ਅੰਦਰ ਵਸਦਾ ਅੰਦਰ ਵਸਦਾ ਏ ਓ ਤੇਰੇ ਅੰਦਰ ਵਸਦਾ ਏ ਅੰਦਰ ਵਸਦਾ ਜੀ ਓ ਤੇਰੇ ਅੰਦਰ ਵਸਦਾ ਜਿਨ੍ਹਾਂ ਨੇ ਸਾਧ ਸੰਗਤ ਜੀ ਭਾਲਿਆ ਉਹਨਾਂ ਨੇ ਅੰਦਰੋਂ ਹੀ ਭਾਲਿਆ ਹੈ ਅੰਦਰੋਂ ਮਹਿਸੂਸ ਕੀਤਾ ਹੈ ਪਰਮੇਸ਼ਰ ਲੱਭਣਾ ਪਰਮੇਸ਼ਰ ਨੂੰ ਮਹਿਸੂਸ ਕਰਨਾ ਫੀਲਿੰਗ ਲੈਣੀ ਜਿਵੇਂ ਹਵਾ ਨੂੰ ਮਹਿਸੂਸ ਕਰਦੇ ਆ ਹੁਣ ਸਰਦੀ ਪੈ ਰਹੀ ਹੈ ਸਿਆਲ ਪੈ ਰਿਹਾ ਹੈ ਦਿਸਦਾ ਥੋੜਾ ਸਿਆਲ ਮਹਿਸੂਸ ਕਰ ਰਹੇ ਹਾਂ ਉਸੇ ਤਰ੍ਹਾਂ ਪਰਮੇਸ਼ਰ ਦੀ ਹੋਂਦ ਵੀ ਮਹਿਸੂਸ ਕੀਤੀ ਜਾਂਦੀ ਹੈ ਸਾਡਾ ਬਹੁਤ ਪ੍ਰੇਮੀ ਕੋਈ ਫਰੈਂਡ ਹੈ ਮਿੱਤਰ ਹੈ ਰਿਸ਼ਤੇਦਾਰ ਹੈ ਸਾਡੇ ਤੋਂ ਕੋਹਾਂ ਦੂਰ ਬੈਠਾ ਹੈ ਉਹ ਜਿੱਥੋਂ ਆਉਣ ਲੱਗਿਆਂ ਕਈ ਦਿਨ ਲੱਗ ਜਾਂਦੇ ਨੇ ਜੇ ਆਉਣਾ ਹੋਵੇ ਤੇ ਸਾਨੂੰ ਪੈ ਜੇ ਵਿਫਤਾ ਦੀ ਘੜੀ ਤੇ ਉਹਦਾ ਆ ਜੇ ਫੋਨ ਕਾਲ ਆ ਜੇ ਉਹਦੀ ਤੇ ਉਹ ਸਾਨੂੰ ਕਵੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਹੁਣ ਭਲਾ ਸੋਚੀਏ ਵੀ ਕਿਵੇਂ ਨਾਲ ਹੈ ਉਹ ਜਦੋਂ ਉਸ ਮਿੱਤਰ ਨੇ ਸਾਡੇ ਸੰਬੰਧੀ ਨੇ ਸਾਨੂੰ ਇਹ ਗੱਲ ਕਹਿ ਦਿੱਤੀ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਤਾਂ ਸਾਨੂੰ ਇਉਂ ਲੱਗਦਾ ਵੀ ਮੇਰੇ ਨਾਲ ਹੀ ਹੈ ਹਾਲਾਂਕਿ ਉਹ ਸਰੀਰ ਕਰਕੇ ਬੜੀ ਦੂਰ ਬੈਠਾ ਹੈ ਐਸੇ ਤਰ੍ਹਾਂ ਦੀ ਖੇਡ ਪਰਮੇਸ਼ਰ ਦੀ ਹੈ ਪ੍ਰਭੂ ਦੀ ਹੈ ਅਕਾਲ ਪੁਰਖ ਜੀ ਦੀ ਵਾਹਿਗੁਰੂ ਜੀ ਦੀ ਹੈ ਜਦੋਂ ਉਹ ਸਾਨੂੰ ਮਹਿਸੂਸ ਕਰਾ ਦਿੰਦਾ ਹੈ ਕਿ ਮੈਂ ਤੇਰੇ ਨਾਲ ਆ ਤੇ ਕਹਿੰਦੇ ਫਿਰ ਤਾਂ ਜਮਦੂਤ ਵੀ ਨੇੜੇ ਨਹੀਂ ਆ ਸਕਦੇ ਆਖੋ ਸਤਨਾਮ ਨਾਲ ਨਾਰਾਇਣ ਮੇਰਾ ਜਮਦੂਤ ਨਾ ਆਵੇ ਨੇੜੇ ਜਦੋਂ ਇਸ ਤਰ੍ਹਾਂ ਦੀ ਪਰਮੇਸ਼ਰ ਜੀ ਖੇਡ ਵਿਖਾ ਦੇਵੇ ਵੀ ਮੈਂ ਤੇਰੇ ਨਾਲ ਹੈ ਗੁਰੂ ਕੇ ਸਿੱਖਾਂ ਨੇ ਰੱਬ ਦੇ ਪਿਆਰਿਆਂ ਨੇ ਉਹਨੂੰ ਨਾਲ ਜਾਣਿਆ ਗੁਰ ਮੇਰੇ ਸੰਗ ਸਦਾ ਹੈ ਗੁਰੂ ਕਲਗੀਧਰ ਜੀ ਕਹਿੰਦੇ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬੇਪੂਤੇ ਕਹਿੰਦੇ ਇੱਕ ਪਲ ਵੀ ਪਰਮੇਸ਼ਰ ਜੀ ਆਪਣੇ ਪਿਆਰੇ ਤੋਂ ਵੱਖਰਾ ਨਹੀਂ ਹੁੰਦਾ ਇੱਕ ਪਲ ਵੀ ਪਰ ਉਹ ਤੋਂ ਵੱਖਰਾ ਨਹੀਂ ਹੁੰਦਾ ਜਿਹੜਾ ਉਹਨੂੰ ਪਿਆਰ ਕਰਦਾ ਜਿਵੇਂ ਆਪਾਂ ਪੜਿਆ ਸੀ ਨਾ ਵੀ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ ਵੀ ਇੱਕ ਸ਼ਰਧਾ ਦਾ ਕਦਮ ਪੁੱਟ ਪਰਮੇਸ਼ਰ ਜੀ ਕਰੋੜਾਂ ਕਦਮ ਜਿਹੜੇ ਨੇ ਅੱਗੇ ਹੋ ਕੇ ਆਪਣੇ ਪਿਆਰੇ ਨੂੰ ਨਿਵਾਜਦੇ ਨੇ ਵੀ ਮੈਂ ਤੇਰੇ ਨਾਲ ਆ ਕਿੱਡੀ ਵੱਡੀ ਖੇਡ ਹੈ
ਤੇ ਭਗਤ ਰਵਿਦਾਸ ਜੀ ਦੀ ਆਪਾਂ ਗੱਲ ਕਰ ਰਹੇ ਸਾਂ। ਭਗਤ ਰਵਿਦਾਸ ਜੀ ਕਹਿੰਦੇ ਆਪਣੇ ਸ਼ਰਧਾਲੂਆਂ ਨੂੰ, ਕਹਿੰਦੇ ਮੈਂ ਪਰਮੇਸ਼ਰ ਤੋਂ ਵੱਧ ਪਿਆਰ ਕਰਨ ਵਾਲਾ ਸੰਸਾਰ 'ਚ ਕੋਈ ਨਹੀਂ ਵੇਖਿਆ। ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ। ਗੁਸਈਆ ਤੋਂ ਭਾਵ ਪਤਾ ਕੀ ਹੈ? ਇਹ ਵੀ ਪਰਮੇਸ਼ਰ ਦਾ ਨਾਮ ਹੈ, ਗੁਸਈਆ। ਗੱਗੇ ਨੂੰ ਜਿਹੜੀ ਔਂਕੜ ਹੈ ਨਾ, ਇਹਦਾ ਭਾਵ ਹੈ ਧਰਤੀ ਸਾਰੀ, ਸਾਰੀ ਧਰਤੀ। ਗੁਸਈਆ, ਸਈਆ ਤੋਂ ਭਾਵ ਸਾਈਂ ਮਾਲਕ। ਗੁਸਈਆ ਤੋਂ ਭਾਵ ਕੀ ਹੋ ਗਿਆ? ਧਰਤੀ ਦਾ ਮਾਲਕ, ਸਾਰੀ ਧਰਤੀ ਦਾ, ਆਲ ਵਰਲਡ ਦਾ, ਸਾਰੀ ਧਰਤੀ ਦਾ ਮਾਲਕ। ਜੇ ਆਪਾਂ ਪੁੱਛੀਏ ਕਿਸੇ ਨੂੰ ਸਾਰੀ ਧਰਤੀ ਦਾ ਮਾਲਕ, ਆਨਸਰ ਚ ਕੀ ਆਊਗਾ? ਗੁਸਈਆ। ਭਾਵ ਅਰਥ ਗੁਸਈਆ ਦੇ ਧਰਤੀ ਦਾ ਮਾਲਕ, ਗੁਸਈਆ ਧਰਤੀ ਦਾ ਸਾਈਂ, ਗੁਸਈਆ। ਗਰੀਬ ਨਵਾਜ ਗੁਸਈਆ ਮੇਰਾ, ਭਗਤ ਰਵਿਦਾਸ ਜੀ ਕਹਿੰਦੇ। ਗਰੀਬ ਨਵਾਜ ਗੁਸਈਆ ਮੇਰਾ ਕਰਦਾ ਕੀ ਹੈ? ਕਹਿੰਦੇ ਮਾਥੈ ਛਤਰ, ਵਡਿਆਈ ਦਾ ਛਤਰ। ਉਹ ਵਡਿਆਈ ਜਿਹੜੀ ਸਾਧ ਸੰਗਤ ਜੀ ਕਦੇ ਖਤਮ ਨਹੀਂ ਹੁੰਦੀ। ਜਿਹਨੂੰ ਰੱਬ ਵਡਿਆਈ ਦੇ ਦੇਵੇ ਨਾ, ਸਾਰੀ ਦੁਨੀਆ ਉਹਦੇ ਖਿਲਾਫ ਹੋ ਜੇ। ਜਿਹੜੀ ਪਰਮੇਸ਼ਰ ਜੀ ਨੇ ਵਡਿਆਈ ਆਪਣੇ ਭਗਤ ਨੂੰ ਦੇ ਦਿੱਤੀ, ਉਹ ਵਡਿਆਈ ਉਸ ਤੋਂ ਕੋਈ ਖੋ ਨਹੀਂ ਸਕਦਾ। ਭਗਤ ਜੀ ਜਦੋਂ ਨਾ ਆਪਣੇ ਜੀਵਨ ਕਾਲ ਚ ਬੰਦਗੀ ਕਰਦੇ ਸੀ, ਨਾਲੇ ਕੰਮ ਕਰਦੇ ਸੀ ਆਪਣਾ, ਤੇ ਸਾਧ ਸੰਗਤ ਜੀ ਸਾਰਾ ਇਲਾਕਾ ਹੀ ਵਿਰੋਧੀ ਸੀ ਉਹਨਾਂ ਦਾ, ਸਾਰਾ ਇਲਾਕਾ। ਪਰ ਗੁਰੂ ਪਰਮੇਸ਼ਰ ਨੇ, ਪ੍ਰਭੂ ਨੇ ਐਸੀ ਵਡਿਆਈ ਦਿੱਤੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਨਾ ਬੋਲਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਮਾੜੇ ਧੀੜੇ ਦਾ ਨਾਂ ਨਹੀਂ ਬੋਲਦਾ। ਦੀਨ ਦੁਨੀਆ ਦੇ ਮਾਲਕ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਤੇ ਉਹਨਾਂ ਭਗਤ ਰਵਿਦਾਸ ਜੀ ਦੀ ਬਾਣੀ ਦੇ ਵਿੱਚ ਦਰਜ। ਤੇ ਜਿਹੜੇ ਈਰਖਾ ਕਰਦੇ ਸੀ, ਜਿਹੜੇ ਵਿਰੋਧ ਕਰਦੇ ਸੀ, ਉਹਨਾਂ ਨੂੰ ਅੱਜ ਕੋਈ ਜਾਣਦਾ ਵੀ ਨਹੀਂ ਹੈ ਵੀ ਕੌਣ ਸੀ ਉਹ। ਇਹਨੂੰ ਕਹਿੰਦੇ ਨੇ ਵਡਿਆਈ, ਜਿਹੜੀ ਜੁਗਾਂ ਜੁਗਾਂ ਤੱਕ ਰਹਿੰਦੀ ਹੈ। ਰੱਬ ਦੀ ਵਡਿਆਈ ਜੁਗਾਂ ਜੁਗਾਂ ਤੱਕ ਰਹਿੰਦੀ ਹੈ। ਜਿਹੜੀ ਸੰਸਾਰ ਦੀ ਵਡਿਆਈ, ਉਹ ਤਾਂ ਸਾਧ ਸੰਗਤ ਜੀ ਥੋੜੇ ਚਿਰ ਵਾਸਤੇ, ਕੋਈ 5 ਸਾਲ ਰਹਿ ਜੂ, ਕੋਈ 10 ਸਾਲ ਰਹਿ ਜੂ। ਤੇ ਜਿਹੜੀ ਰੱਬ ਦੀ ਵਡਿਆਈ ਹੈ ਉਹ ਸਦਾ ਸਦੀਵੀ। ਕਹਿੰਦੇ ਗਰੀਬ ਨਵਾਜ ਗੁਸਈਆ ਮੇਰਾ ਮਾਥੈ, ਛਤਰ ਤਰੈ ਜਾ ਕੀ ਛੋਤ ਜਗਤ ਕੋ ਲਾਗੈ। ਤਾਂ ਪਰ ਤੂੰ ਹੀ ਟਰੈ, ਅੱਗੇ ਬਚਨ ਕੀਤਾ ਨੀਚ ਹੈ ਊਚ ਕਰੈ ਮੇਰਾ ਗੋਬਿੰਦ। ਕਹਿੰਦੇ ਭਗਤ ਜੀ ਕਹਿੰਦੇ ਮੈਂ ਤਾਂ ਇੱਥੋਂ ਤੱਕ ਵੇਖ ਲਿਆ, ਪਰਮੇਸ਼ਰ ਜੀ ਗਰਾਊਂਡ ਲੈਵਲ ਤੋਂ ਚੁੱਕਦੇ ਨੇ ਤੇ ਕਿੱਥੇ ਪਹੁੰਚਾ ਦਿੰਦੇ ਨੇ? ਨੀਚ ਹੈ ਊਚ ਕਰੈ ਮੇਰਾ ਗੋਬਿੰਦ। ਕਹਿੰਦੇ ਥੱਲਿਓਂ ਜਿਹਨੂੰ ਕੋਈ ਨਹੀਂ ਜਾਣਦਾ, ਕਹਿੰਦੇ ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਚੌਕੁੰਟ ਮਨ ਹੈ। ਕਹਿੰਦੇ ਨਾਮ ਜਪ ਕੇ ਚੌਹਾਂ ਕੁੰਟਾਂ ਦੇ ਵਿੱਚ ਉਹਦਾ ਨਾਂ ਜਿਹੜਾ ਫੈਲ ਜਾਂਦਾ ਹੈ, ਨਾਮ ਜਪ ਕੇ। ਜਿਵੇਂ ਕੋਈ ਬੰਦਾ ਥੋੜੀ ਜਿਹੀ ਇੱਥੇ ਪ੍ਰਾਪਤੀ ਸੰਸਾਰ 'ਚ ਕਰ ਲੇ, ਉਹਨੂੰ ਸਾਰਾ ਇਲਾਕਾ ਨਹੀਂ ਜਾਣਨ ਲੱਗ ਜਾਂਦਾ। ਕੋਈ ਇੱਥੇ ਵੋਟਾਂ 'ਚ ਖੜਿਆ, ਉਹ ਜਿੱਤ ਗਿਆ, ਫਿਰ ਸਾਰਾ ਇਲਾਕਾ ਉਹਨੂੰ ਜਾਣਨ ਲੱਗ ਜਾਂਦਾ ਹੈ। ਕਹਿੰਦੇ ਨਾਮ ਜਪ ਕੇ ਚਾਰੇ ਕੁੰਟਾਂ ਵਿੱਚ, ਇੱਕ 'ਚ ਨਹੀਂ, ਦੋ 'ਚ ਨਹੀਂ, ਚਾਰੇ ਕੁੰਟਾਂ ਦੇ ਵਿੱਚ, ਕੁੰਟ ਚਾਰੇ ਦਿਸ਼ਾਵਾਂ 'ਚ, ਕੁੰਟ ਦਿਸ਼ਾਵਾਂ, ਚਾਰੇ ਦਿਸ਼ਾਵਾਂ ਦੇ ਵਿੱਚ ਕਹਿੰਦੇ ਉਹਨਾਂ ਨੂੰ ਜਾਣਨ ਲੱਗ ਜਾਂਦੇ ਨੇ ਜਿਹੜਾ ਪਰਮੇਸ਼ਰ ਦੀ ਬੰਦਗੀ ਕਰਦਾ ਹੈ, ਜਿਹੜਾ ਉਹਦਾ ਪਿਆਰ ਲੈ ਲੈਂਦਾ ਪਰਮੇਸ਼ਰ ਜੀ ਦਾ। ਤੇ ਭਗਤ ਜੀ ਕਹਿੰਦੇ ਨੀਚ ਹੈ ਊਚ ਕਰੈ ਮੇਰਾ ਗੋਬਿੰਦ। ਤੇ ਅੱਗੇ ਬਚਨ ਕੀਤਾ ਕਹਿੰਦੇ ਕਾਹੂ ਤੇ ਨਾ, ਉਹਨੂੰ ਕਿਸੇ ਦਾ ਡਰ ਵੀ ਨਹੀਂ। ਜਿਹਨੂੰ ਉਹਨੇ ਉੱਚਾ ਚੁੱਕਣਾ ਹੈ, ਜਿਹਨੂੰ ਉਹਨੇ ਦੇਣਾ ਹੈ, ਦੂਜੇ ਦੀ ਕੀ ਮਜਾਲ। ਜਦੋਂ ਪਰਮੇਸ਼ਰ ਜੀ ਨੇ ਸਾਨੂੰ ਸਾਰਾ ਕੁਝ ਦੇਣਾ ਹੈ ਤੇ ਦੁਨੀਆ ਦੇ ਕਿਸੇ ਬੰਦੇ ਦੀ ਕੋਈ ਮਜਾਲ ਨਹੀਂ ਕਿ ਉਹ ਸਾਡੇ ਤੋਂ ਖੋ ਸਕੇ। ਪਰਮੇਸ਼ਰ ਜੀ ਨੂੰ ਉੱਚਾ ਚੁੱਕਦਾ ਹੈ ਨਾ, ਦੁਨੀਆ ਦਾ ਕੋਈ ਬੰਦਾ ਜਿੰਨਾ ਮਰਜ਼ੀ ਉਹਨੂੰ ਗਿਰਾਉਣ ਦੀ ਕੋਸ਼ਿਸ਼ ਕਰ ਲਵੇ, ਕਹਿੰਦੇ ਉਹ ਡਿੱਗਦਾ ਨਹੀਂ। ਤੇ ਪਰਮੇਸ਼ਰ ਜੀ ਆਪਣੇ ਪਿਆਰੇ ਨੂੰ ਉੱਚਾ ਚੁੱਕਣ ਲੱਗਿਆ ਕਿਸੇ ਤੋਂ ਡਰਦਾ ਨਹੀਂ ਹੈ, ਉਹ ਆਪਣੇ ਪਿਆਰੇ ਨੂੰ ਉੱਚਾ ਚੁੱਕ ਹੀ ਦਿੰਦਾ ਹੈ। ਪਰ ਕਿਹਨੂੰ?
ਜਿਹੜਾ ਇੱਕ ਕਦਮ ਸ਼ਰਧਾ ਦਾ ਪੁੱਟਦਾ ਹੈ, ਜਿਹੜਾ ਇੱਕ ਕਦਮ ਭਾਵਨਾ ਦਾ ਪੁੱਟਦਾ ਹੈ, ਤੇ ਗੁਰੂ ਪਰਮੇਸ਼ਰ ਕਰੋੜਾਂ ਕਦਮ ਪਹਿਲਾਂ ਹੀ ਖਲੋਤੇ ਹੁੰਦੇ ਨੇ ਕਿ ਮੇਰਾ ਮੈਨੂੰ ਭਗਤ ਯਾਦ ਕਰ ਰਿਹਾ ਹੈ। ਤੇ ਉਹ ਜਿਹੜਾ ਭਗਤ ਮੈਨੂੰ ਯਾਦ ਕਰ ਰਿਹਾ ਹੈ ਤੇ ਵੀ ਮੈਂ ਵੀ ਉਹਦੇ ਕੰਮ ਸਵਾਰਾਂ। ਤੇ ਅੱਗੇ ਬਚਨ ਕੀਤਾ, ਕਹਿੰਦੇ ਇੱਕ ਵਾਰ ਵੀ ਜੇਕਰ ਕਹਿੰਦੇ ਕੋਈ ਉਹਨੂੰ ਯਾਦ ਕਰ ਲਵੇ ਨਾ, ਉਹ ਉਹਨੂੰ ਬਾਰ-ਬਾਰ ਯਾਦ ਕਰਦਾ। ਇੱਕ ਵਾਰ ਕਹਿ ਦੋ ਪਿਆਰ ਦੇ ਨਾਲ ਸਤਨਾਮ, ਆਪਾਂ ਇੱਕ ਵਾਰ ਕਿਹਾ ਨਾ, ਤੇ ਜੇ ਉਹ ਸਾਡੀ ਸੁਣਦਾ ਹੋਵੇਗਾ, ਜੇ ਉਹ ਜੇ ਸਾਡੀ ਸੁਣੇ ਨਾ, ਜੇ ਉਹ ਸਾਡੀ ਸੁਣ ਲਏ, ਤੇ ਉਹ ਸਾਨੂੰ ਕਰੋੜਾਂ ਬਾਰ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਕਹਿੰਦੇ ਨੇ ਇੱਕ ਵਾਰ ਤੇਰਾ ਕਿਹਾ ਹੋਇਆ ਬਚਨ, ਇੱਕ ਵਾਰ ਕੀਤਾ ਹੋਇਆ ਯਾਦ, ਉਹ ਤੈਨੂੰ ਬਾਰ-ਬਾਰ ਯਾਦ ਕਰੂਗਾ, ਬਾਰ-ਬਾਰ ਤੈਨੂੰ ਬੁਲਾਊਗਾ। ਤੇ ਕਹਿੰਦੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ। ਭਾਵਨੀ ਭਗਤ ਪ੍ਰੇਮਾ ਭਗਤੀ ਨਾਲ, ਪ੍ਰੇਮਾ ਭਗਤੀ ਨਾਲ ਕਹਿੰਦੇ ਜੇ ਪਰਮੇਸ਼ਰ ਅੱਗੇ, ਗੁਰੂ ਅੱਗੇ ਕੋਈ ਬੰਦਾ ਇੱਕ ਕੌਡੀ ਵੀ ਰੱਖ ਦਵੇ। ਕੌਡੀਆਂ ਵੇਖੀਆਂ ਹੋਣਗੀਆਂ ਤੁਸੀਂ, ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਵੀ ਕੌਡੀਆਂ ਕੀ ਹੁੰਦੀਆਂ। ਅੱਜ ਦੇ ਬੱਚਿਆਂ ਨੂੰ ਕੌਡੀਆਂ ਦਾ ਨਹੀਂ ਪਤਾ ਹੁੰਦਾ, ਕਿਉਂਕਿ ਕੌਡੀ ਹੈ ਹੀ ਨਹੀਂ ਹੁਣ। ਮਿਲਦੀ ਤਾਂ ਹੈ ਪਰ ਲਿਆਉਂਦੇ ਹੀ ਨਹੀਂ ਆਪਾਂ। ਵੈਸੇ ਕਈ ਕਾਰਜਾਂ ਦੇ ਵਿੱਚ ਕੌਡੀ ਅੱਜ ਵੀ ਵਰਤੋਂ ਚ ਆਉਂਦੀ ਹੈ, ਪਰ ਕੌਡੀ ਦਾ ਕੋਈ ਮੁੱਲ ਨਹੀਂ ਹੁੰਦਾ। ਕੌਡੀ ਦੀ ਜਿਹੜੀ ਉਦਾਹਰਨ ਹੈ ਨਾ, ਉਹ ਇਸ ਬੇਸ ਤੇ ਦਿੱਤੀ ਜਾਂਦੀ ਵੀ ਕੌਡੀ ਦਾ ਕੋਈ ਮੁੱਲ ਨਹੀਂ ਹੈ, ਭਾਵ ਕੌਡੀ ਇੱਕ ਵੇਸਟ ਹੈ। ਤੇ ਕਹਿੰਦੇ ਗੁਰੂ ਅੱਗੇ ਜੇਕਰ ਕੋਈ ਇੱਕ ਕੌਡੀ ਵੀ ਰੱਖਦਾ ਹੈ, ਭਾਵਨੀ ਭਗਤ ਪ੍ਰੇਮਾ ਭਗਤੀ ਸਦਕਾ ਜੇ ਕੋਈ ਇੱਕ ਕੌਡੀ ਵੀ ਗੁਰੂ ਅੱਗੇ ਰੱਖਦਾ ਹੈ, ਕਹਿੰਦੇ ਗੁਰੂ ਪਰਮੇਸ਼ਰ ਕਿੱਡਾ ਵੱਡਾ ਦਿਆਲੂ ਹੈ, ਕਿੱਡਾ ਵੱਡਾ ਉਹ ਦਾਤਾ ਕਹਿ ਲੋ। ਕਹਿੰਦੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਦੁਨੀਆ ਦਾ ਕੋਈ ਪਦਾਰਥ ਐਸਾ ਨਹੀਂ, ਦੁਨੀਆ ਦੀ ਕੋਈ ਸ਼ੈ ਐਸੀ ਨਹੀਂ ਜਿਹੜੀ ਉਹ ਆਪਣੇ ਪਿਆਰੇ ਨੂੰ ਨਾ ਦੇਵੇ। ਆਖੋ ਸਤਨਾਮ। ਕੌਡੀ ਬਦਲੇ ਇੰਨਾ ਸਸਤਾ ਸੌਦਾ ਐਡਾ ਕਿਹੜਾ ਕਰਦਾ? ਕੋਈ ਦੁਕਾਨਦਾਰ ਦੇ ਦੂ ਕੌਡੀ ਦੇ ਬਦਲੇ ਆਪਾਂ ਨੂੰ ਕੋਈ ਰਾਸ਼ਨ? ਕੁਝ ਵੀ ਨਹੀਂ ਮਿਲਦਾ। ਪੈਸੇ ਦਿਓ, ਵਸਤੂ ਲਿਓ, ਗੁਰੂ ਨੂੰ ਕੌਡੀ ਦਿਓ, ਗੁਰੂ ਨੂੰ ਕੌਡੀ ਦਿਓ ਤੇ ਸਾਰੇ ਖਜ਼ਾਨੇ ਗੁਰੂ ਤੋਂ ਲੈ ਲਓ। ਸਭ ਨਿਧਾਨ 10 ਅਸ਼ਟ ਰਹਿਰਾਸ ਪੜ੍ਹਦੇ ਆ ਨਾ ਆਪਾਂ, ਸਭ ਨਿਧਾਨ 10 ਅਸ਼ਟ ਸਿਧਾਨ, 9 ਨਿਧੀਆਂ 18 ਸਿੱਧੀਆਂ ਪਰਮੇਸ਼ਰ ਜੀ ਨੇ ਇਦਾਂ ਰੱਖੀਆਂ ਹੋਈਆਂ ਤਲੀ ਉੱਤੇ। ਠਾਕੁਰ ਕਰ ਕਹਿੰਦੇ ਹੱਥਾਂ ਨੂੰ, ਤਲ ਕਹਿੰਦੇ ਤਲੀ ਨੂੰ। ਹੱਥਾਂ ਦੀਆਂ ਤਲੀਆਂ ਤੇ ਪਰਮੇਸ਼ਰ ਜੀ ਨੇ ਸਾਰੇ ਖਜ਼ਾਨੇ, ਜਿਹੜੇ ਮਹਿਲ ਮਾੜੀਆਂ, ਪੈਸਾ, ਅਹੁਦੇ, ਪ੍ਰਾਪਤੀਆਂ ਜਿੰਨੀਆਂ ਵੀ ਆ ਨਾ, ਇਹ ਪਰਮੇਸ਼ਰ ਜੀ ਦੀ ਤਲੀ ਤੇ ਪਈਆਂ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਰ ਧਰਿਆ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ। ਲੈਂਦਾ ਕੌਣ ਹੈ? ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਜਿਸ ਦੇਹ ਸੋ ਜਿਹਨੂੰ ਦਵੇ ਉਹਨੂੰ ਮਿਲਦਾ, ਨਹੀਂ ਤਾਂ ਕਈ ਸੜਕਾਂ ਤੇ ਸੌਂਦੇ ਨੇ, ਉਹਨਾਂ ਦੀ ਹੈਸੀਅਤ ਨਹੀਂ ਕਿ ਉਹ ਲੈ ਸਕੇ। ਲੈਣਾ ਵੀ ਕਿਸੇ ਨੂੰ ਹੀ ਆਉਂਦਾ, ਪਰਮੇਸ਼ਰ ਤੋਂ ਲੈਣਾ ਵੀ ਕਿਸੇ ਹੀ ਮਨੁੱਖ ਨੂੰ ਆਉਂਦਾ ਹੈ। ਪਰਮੇਸ਼ਰ ਜੀ ਨੇ ਤਲੀਆਂ ਤੇ ਰੱਖੇ ਹੋਏ ਸਾਰੇ ਖਜ਼ਾਨੇ। ਆ ਜਿਹੜੀਆਂ ਚੀਜ਼ਾਂ ਦਾ ਸੁੱਖ ਆਨੰਦ ਆਪਾਂ ਮਾਣਦੇ, ਪਰਮੇਸ਼ਰ ਦੀਆਂ ਤਲੀਆਂ ਦੇ ਉੱਤੇ। ਇਹ ਤਾਂ ਥੋੜੀ ਜਿਹਾ ਕੋਈ ਥੋੜਾ ਜਿਹਾ ਉਹਨੂੰ ਯਾਦ ਕਰ ਲਵੇ ਨਾ, ਥੋੜਾ ਜਿਹਾ ਵੀ, ਤਾਂ ਵੀ ਉਹ ਪਰਮੇਸ਼ਰ ਜਿਹੜਾ ਨਾ ਉਹਨੂੰ ਦੇ ਦਿੰਦਾ ਹੈ। ਸਮਾਂ ਨਹੀਂ ਆਪਣੇ ਕੋਲ, ਸਮਾਪਤੀ ਦਾ ਸਮਾਂ ਹੋ ਗਿਆ। ਸਾਧ ਸੰਗਤ ਜੀ, ਕ੍ਰਿਸ਼ਨ ਭਗਵਾਨ ਸੀ ਨਾ, ਜਿਹੜੇ ਕ੍ਰਿਸ਼ਨ ਭਗਵਾਨ ਉਤਰੇ ਜਾ ਰਹੇ ਨੇ ਪੈਦਲ, ਨਾਲ ਉਹਨਾਂ ਦੇ ਕੌਣ ਹੈ? ਅਰਜਨ। 5 ਪਾਂਡਵਾਂ ਦੇ ਵਿੱਚੋਂ ਹੋਇਆ ਨਾ ਅਰਜਨ। ਅਰਜਨ ਕ੍ਰਿਸ਼ਨ ਜੀ ਦੇ ਨਾਲ ਤੁਰਿਆ ਜਾਂਦਾ ਹੈ। ਤੁਰੇ ਜਾਂਦੇ ਜਾਂਦੇ ਕ੍ਰਿਸ਼ਨ ਭਗਵਾਨ ਜੀ ਇੱਕ ਘਰ ਚ ਗਏ।
ਘਰ ਬਹੁਤ ਵੱਡਾ ਸੀ, ਬਹੁਤ ਵੱਡਾ ਮਹਿਲ ਬਣਿਆ ਹੋਇਆ। ਜਦੋਂ ਅੰਦਰ ਐਂਟਰ ਹੋਏ, ਨੌਕਰ ਚਾਕਰ ਕੰਮ ਕਰ ਰਹੇ ਨੇ, ਬਹੁਤ ਬੜੇ ਉਸ ਮਹਿਲ ਦੇ ਉੱਤੇ ਉਹਨੇ ਪੈਸਾ ਖਰਚਿਆ ਹੋਇਆ, ਬੜਾ ਵਧੀਆ ਬਣਾਇਆ ਹੋਇਆ ਮੌਕੇ ਦਾ। ਤੇ ਜਦੋਂ ਅੰਦਰ ਐਂਟਰ ਹੋਏ, ਹੁਣ ਪਤਾ ਸੀ, ਸਾਰਿਆਂ ਨੂੰ ਹੀ ਪਤਾ ਸੀ ਵੀ ਭਗਵਾਨ, ਕਿਉਂਕਿ ਮੌਕੇ ਦੇ ਅਵਤਾਰ ਸੀ ਨਾ ਕ੍ਰਿਸ਼ਨ ਭਗਵਾਨ, ਦੁਆਪਰ ਕ੍ਰਿਸ਼ਨ ਮੁਰਾਰ, ਦੁਆਪਰ ਦੇ ਅਵਤਾਰ ਹੋਏ ਕ੍ਰਿਸ਼ਨ ਜੀ। ਤੇ ਜਦੋਂ ਉਹਨੂੰ ਸੇਠ ਨੂੰ ਲੱਗਿਆ ਪਤਾ, ਪੈਸੇ ਵਾਲਾ ਸੀ ਬਹੁਤ, ਤੇ ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਕ੍ਰਿਸ਼ਨ ਜੀ ਆਏ ਨੇ, ਬੜੀ ਖੁਸ਼ੀ ਹੋਈ ਉਹਨੂੰ। ਜਿੱਦਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਪਿਆਰ ਵਾਲੇ ਗੁਰਸਿੱਖਾਂ ਨੂੰ ਖੁਸ਼ੀ ਹੁੰਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਘਰ ਆਉਂਦੇ ਨੇ ਨਾ, ਜਿਹੜੇ ਪਿਆਰ ਵਾਲੇ ਗੁਰਸਿੱਖ ਨੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਵੀ ਗੁਰੂ ਜੀ ਸਾਡੇ ਘਰ ਆਏ ਨੇ। ਕਈ 3-3 ਦਿਨ ਸੌਂਦੇ ਹੀ ਨਹੀਂ ਹੈ, ਤੇ ਕਈ ਤਾਂ ਵਿਚਾਰੇ ਉਹ ਉੱਠਦੇ ਹੀ ਨਹੀਂ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਉੱਠਦੇ ਹੀ ਨਹੀਂ ਹੈ, ਉਹ ਤਾਂ ਜਾਂ ਆਰੰਭ ਤੇ ਆ ਜਾਣਗੇ ਜਾਂ ਭੋਗ ਤੇ ਆ ਜਾਣਗੇ, ਬਸ ਇੰਨਾ ਕੀ। ਤੇ 2-3 ਦਿਨ ਉਹ ਵੇਖਦੇ ਹੀ ਨਹੀਂ ਹੈ ਵੀ ਗ੍ਰੰਥੀ ਸਿੰਘ ਵੀ ਹੈਗੇ ਨੇ ਕਿ ਗੁਰੂ ਵੀ। ਉਹ ਇੱਕ ਕਵਿਤਾ ਬਣੀ ਸੀ ਵੀ ਬਾਬਾ ਜੀ ਰਹਿ ਗਏ ਇਕੱਲੇ, ਪੂਰੀ ਤਾਂ ਮੈਨੂੰ ਯਾਦ ਨਹੀਂ, ਵੀ ਉਹ ਬਾਬਾ ਜੀ ਇਕੱਲੇ ਹੀ ਰਹਿ ਗਏ, ਬਾਕੀ ਸਭ ਉੱਡ ਗਏ। ਹਾਂਜੀ, ਸਾਡੇ ਘਰ ਕੋਈ ਰਿਸ਼ਤੇਦਾਰ ਆ ਜੇ, ਜਦੋਂ ਤੱਕ ਉਹ ਜਾਂਦਾ ਨਹੀਂ ਤੇ ਆਪਾਂ ਉੱਠਦੇ ਨਹੀਂ ਨਾ, ਕਿਤੇ ਸਾਧ ਸੰਗਤ ਜੀ ਸਾਡੀ ਨਰਾਦਰੀ ਨਾ ਹੋ ਜਾਏ, ਤੇ ਉਹ ਚਲਾ ਜਾਂਦਾ, ਫਿਰ ਸਾਨੂੰ ਸੁੱਖ ਦਾ ਸਾਹ ਆਉਂਦਾ। ਤੇ ਜੇ ਗੁਰੂ ਸਾਡੇ ਘਰ ਆਵੇ, ਪਰਮੇਸ਼ਰ ਸਾਡੇ ਘਰ ਆਵੇ, ਤੇ ਸਾਧ ਸੰਗਤ ਜੀ ਫਿਰ ਸਾਨੂੰ ਖੁਸ਼ੀ ਹੋਣੀ ਚਾਹੀਦੀ ਕਿ ਨਹੀਂ? ਬੇਅੰਤ ਖੁਸ਼ੀ ਹੋਣੀ ਚਾਹੀਦੀ ਹੈ। ਜੇ ਉਹਦੀ ਖੁਸ਼ੀ ਲੈਣੀ ਹੈ ਤਾਂ ਸਾਨੂੰ ਉਹਦੇ ਆਉਣ ਤੋਂ ਖੁਸ਼ੀ ਹੋਣੀ ਚਾਹੀਦੀ, ਤਾਂ ਉਹਦੀ ਬਖਸ਼ਿਸ਼ ਸਾਡੇ ਪੱਲੇ ਵਿੱਚ ਪਵੇਗੀ। ਤੇ ਉਹ ਜਦੋਂ ਉਹਨੂੰ ਬੜੀ ਖੁਸ਼ੀ ਹੋਈ ਵੀ ਕ੍ਰਿਸ਼ਨ ਜੀ ਆਏ, ਭਗਵਾਨ ਆਏ, ਫੁੱਲਿਆ ਨਹੀਂ ਸਮਾਇਆ, ਸੋਹਣੇ ਬਸਤਰ ਵਿਛਾਏ, ਬਿਠਾਇਆ, ਬੜੀ ਜਲ ਪਾਣੀ ਨਾਲ ਸੇਵਾ ਕੀਤੀ, ਰੱਜ ਕੇ ਸੇਵਾ ਕੀਤੀ ਕ੍ਰਿਸ਼ਨ ਭਗਵਾਨ ਦੀ। ਤੇ ਜਦੋਂ ਰੱਜ ਕੇ ਸੇਵਾ ਕੀਤੀ ਤੇ ਭਗਵਾਨ ਜਾਣ ਲੱਗੇ ਨਾ, ਸਾਨੂੰ ਜਿੰਨਾ ਮਰਜ਼ੀ ਮਿਲ ਜੇ, ਸਾਨੂੰ ਇਉਂ ਲੱਗਦਾ ਵੀ ਥੋੜਾ ਹੀ ਹੈ। ਭਾਵੇਂ ਮੈਂ ਆਪਣੀ ਗੱਲ ਕਰਦਾ, ਮੈਨੂੰ ਜਿੰਨਾ ਮਰਜ਼ੀ ਮਿਲ ਜੇ ਤੇ ਮੈਨੂੰ ਇਉਂ ਹੀ ਲੱਗੀ ਜਾਣਾ ਵੀ ਮੇਰੇ ਕੋਲ ਥੋੜਾ ਹੀ ਹੈ। ਹਰ ਇੱਕ ਮਨੁੱਖ ਨੂੰ ਕੋਈ ਉਹ ਬੰਦਾ ਹੈ ਜਿਹੜਾ ਸਤਿਗੁਰੂ ਕਹਿੰਦੇ ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੰਤੋਖ ਤੋਂ ਬਿਨਾਂ ਰੱਜਿਆ ਨਹੀਂ ਜਾਂਦਾ। ਜਿਹਦੇ ਪੱਲੇ ਵਿੱਚ ਸੰਤੋਖ ਹੈ, ਸਬਰ ਹੈ, ਉਹ ਸਾਧ ਸੰਗਤ ਜੀ ਝੌਂਪੜੀ 'ਚ ਰਹਿ ਕੇ ਵੀ ਖੁਸ਼ ਹੈ। ਜਿਹਦੇ ਕੋਲ ਸਬਰ ਤੇ ਸੰਤੋਖ ਨਹੀਂ, ਉਹ ਮਹਿਲਾਂ ਵਾਲੇ ਵੀ ਦੁਖੀ ਬਹੁਤ ਵੇਖੇ। ਤੇ ਉਹ ਜਦੋਂ ਕ੍ਰਿਸ਼ਨ ਜੀ ਜਾਣ ਲੱਗੇ ਤੇ ਕ੍ਰਿਸ਼ਨ ਜੀ ਕਹਿਣ ਲੱਗੇ, ਭਗਵਾਨ ਕਹਿੰਦੇ ਸੇਠ ਜੀ ਕੋਈ ਇੱਛਾ ਤਾਂ ਦੱਸ ਦਿਓ, ਮੰਗ ਲਓ। ਤੇ ਉਹ ਸੇਠ ਪਤਾ ਕੀ ਕਹਿੰਦਾ ਭਗਵਾਨ ਕ੍ਰਿਸ਼ਨ ਜੀ ਨੂੰ, ਹੱਥ ਜੋੜ ਕੇ ਕਹਿੰਦਾ ਭਗਵਾਨ ਜੀ ਮੇਰਾ ਕਾਰੋਬਾਰ ਵੱਧ ਜੇ, ਮੈਨੂੰ ਪੈਸਾ ਮਿਲ ਜੇ, ਹੋਰ ਮੈਨੂੰ ਹੋਰ ਦੌਲਤ ਮਿਲ ਜੇ, ਕਾਰੋਬਾਰ ਮੇਰਾ ਹੋਰ ਵੱਧ ਜੇ। ਤੇ ਕ੍ਰਿਸ਼ਨ ਜੀ ਭਗਵਾਨ ਕਹਿਣ ਲੱਗੇ ਤਥਾਸਤੂ। ਤਥਾਸਤੂ ਤੋਂ ਭਾਵ ਕੀ ਹੈ ਵੀ ਹੋ ਜੂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਹੋ ਜਾਏਗਾ। ਤੇ ਜਿਹੜਾ ਅਰਜਨ ਸੀ ਨਾ ਨਾਲ ਕ੍ਰਿਸ਼ਨ ਜੀ ਦੇ, ਉਹ ਬੜਾ ਹੈਰਾਨ ਹੁੰਦਾ, ਕਹਿੰਦਾ ਏਡਾ ਵੱਡਾ ਮਹਿਲ ਛੱਤਿਆ ਹੋਇਆ, ਨੌਕਰ ਚਾਕਰ ਕੰਮ ਕਰ ਰਹੇ ਨੇ, 36 ਪ੍ਰਕਾਰ ਦੇ ਭੋਜਨ ਬਣਾਈ ਬੈਠਾ ਹੈ, ਮਾਇਆ ਦਾ ਤੋੜਾ ਨਹੀਂ, ਕਾਰੋਬਾਰ ਦਾ ਤੋੜਾ ਨਹੀਂ, ਤੇ ਹਲੇ ਵੀ ਕ੍ਰਿਸ਼ਨ ਜੀ ਨੂੰ ਇਹੀ ਬੇਨਤੀਆਂ ਕਰੀ ਜਾਂਦਾ ਵੀ ਮੇਰਾ ਹੋਰ ਵੱਧ ਜੇ, ਹੋਰ ਵੱਧ ਜੇ। ਤੇ ਜਦੋਂ ਕ੍ਰਿਸ਼ਨ ਜੀ ਉਹਦੇ ਘਰ ਤੋਂ ਵਾਪਸ ਚਲੇ ਗਏ ਨਾ, ਤੇ ਕ੍ਰਿਸ਼ਨ ਜੀ ਦੇ ਨਾਲ ਤੁਰਦਾ ਹੋਇਆ ਅਰਜਨ ਪੁੱਛਦਾ, ਕ੍ਰਿਸ਼ਨ ਜੀ ਨੂੰ ਬੇਨਤੀ ਕਰਦਾ ਹੈ, ਕਹਿੰਦਾ ਭਗਵਾਨ ਜੀ ਮੈਨੂੰ ਹੈਰਾਨੀ ਹੈ ਵੀ ਏਡੇ ਵੱਡੇ ਮਹਿਲ ਵਿੱਚ ਰਹਿਣ ਵਾਲਾ ਸੇਠ ਜਿਹਦੇ ਕੋਲ ਕਿਸੇ ਗੱਲ ਦਾ ਕੋਈ ਘਾਟਾ ਨਹੀਂ, ਤੇ ਜੇਕਰ ਮੰਗਿਆ ਤੁਹਾਡੇ ਤੋਂ ਇਹੀ ਮੰਗਿਆ ਵੀ ਮੇਰਾ ਹੋਰ ਵੱਧ ਜੇ। ਤੇ ਕ੍ਰਿਸ਼ਨ ਭਗਵਾਨ ਕਹਿਣ ਲੱਗੇ, ਕਹਿੰਦੇ ਇਹ ਪਤਾ ਕਿਹੜਾ ਭਗਤ ਹੈ? ਕਹਿੰਦੇ ਇਹ ਸਵਾਰਥੀ ਭਗਤ ਹੈ। ਕਿਹੜਾ ਭਗਤ ਹੈ ਜੀ? ਸਵਾਰਥੀ ਭਗਤ ਹੈ।
ਕਹਿੰਦਾ ਜੀ ਕਿਵੇਂ ਸਵਾਰਥੀ ਭਗਤ ਕਿਵੇਂ ਹੈ? ਕਹਿੰਦੇ ਸਵਾਰਥੀ ਭਗਤ ਇਵੇਂ ਆ, ਕਹਿੰਦੇ ਹੁਣ ਇਹਦੇ ਨਾਲ ਕਾਰੋਬਾਰ 'ਚ ਘਾਟਾ ਪੈਣ ਲੱਗ ਗਿਆ ਸੀ। ਕਹਿੰਦੇ ਇਹਨੂੰ ਕੋਈ ਸਾਡੀ ਯਾਦ ਨਹੀਂ ਸੀ ਆ ਰਹੀ, ਕਿੰਨੀ ਦੇਰ ਹੋ ਗਈ, ਕਿੰਨਾ ਸਮਾਂ ਲੰਘ ਗਿਆ ਸੀ, ਕਹਿੰਦੇ ਇਹਨੇ ਸਾਨੂੰ ਯਾਦ ਹੀ ਨਾ ਕੀਤਾ। ਕਹਿੰਦੇ ਹੁਣ ਪਤਾ ਕੀ ਹੋਇਆ? ਕਹਿੰਦੇ ਇਹਦਾ ਕਾਰੋਬਾਰ ਥੋੜਾ ਜਿਹਾ ਹੇਠਾਂ ਨੂੰ ਆਉਣ ਲੱਗ ਪਿਆ, ਡਾਊਨ ਹੋਣ ਲੱਗ ਪਿਆ। ਕਹਿੰਦੇ ਜਦੋਂ ਇਹਨੇ ਵੇਖਿਆ ਨਾ ਵੀ ਮੇਰਾ ਕਾਰੋਬਾਰ ਡਾਊਨ ਹੋਣ ਲੱਗ ਪਿਆ, ਕਹਿੰਦੇ ਫਿਰ ਇਹਨੇ ਕੀ ਕੀਤਾ? ਫਿਰ ਕਹਿੰਦੇ ਇਹਨੇ ਸਾਨੂੰ ਪੁਕਾਰ ਮਾਰੀ, ਸਾਨੂੰ ਯਾਦ ਕੀਤਾ, ਕ੍ਰਿਸ਼ਨ ਜੀ ਆਓ। ਕਹਿੰਦੇ ਹੈ ਤਾਂ ਸਾਡਾ ਭਗਤ ਹੈ, ਪਰ ਕਿਹੜਾ ਹੈ? ਸਵਾਰਥੀ ਭਗਤ ਹੈ। ਇਹ ਮੌਕੇ ਦੀ ਮੌਕੇ ਯਾਦ ਕਰਦਾ ਹੈ। ਇਹ ਹੁੰਦੇ ਨਾ ਵੀ ਬਸ ਮੌਕੇ ਤੇ ਮੌਕੇ ਯਾਦ ਕਰਦੇ ਨੇ, ਸਾਰਾ ਸਾਲ ਭੁੱਲੇ ਹੁੰਦੇ ਨੇ। ਜਦੋਂ ਮਿਲਦੇ ਆ ਨਾ ਆਪਾਂ ਉਹਨੂੰ, ਕੋਈ ਬੰਦਾ ਸਾਰਾ ਸਾਲ ਨਹੀਂ ਉਹ ਯਾਦ ਕਰਦਾ, ਜਦੋਂ ਆਪਾਂ ਉਹਨੂੰ ਮਿਲਦੇ ਆ ਉਦੋਂ ਕਹੂੰਗਾ ਵੀ ਆਹਾ ਵੀ ਮੈਂ ਤਾਂ ਤੈਨੂੰ ਰੋਜ਼ ਯਾਦ ਕਰਦਾ ਸੀ। ਇਹਨੂੰ ਕਹਿੰਦੇ ਸਵਾਰਥੀ ਭਗਤ ਹੈ ਤਾਂ ਸਾਡਾ ਭਗਤ ਹੀ ਹੈ। ਇਹਦੇ ਕਾਰੋਬਾਰ ਵਿੱਚ ਹੁਣ ਘਾਟਾ ਪੈਣ ਲੱਗ ਗਿਆ ਸੀ, ਇਹਨੇ ਫਿਰ ਸਾਨੂੰ ਯਾਦ ਕੀਤਾ, ਕਹਿੰਦੇ ਤਾਂ ਸਾਨੂੰ ਆਉਣਾ ਪਿਆ। ਤੇ ਇਹਨੇ ਜਿਹੜੀ ਬੇਨਤੀ ਕੀਤੀ ਹੈ ਫਿਰ ਉਹ ਸਾਨੂੰ ਮੰਨਣੀ ਵੀ ਪਈ, ਕਿਉਂਕਿ ਇਹਨੇ ਖਿੱਚ ਲਿਆ। ਕਿਉਂਕਿ ਜਿਹੜੇ ਭਗਤ ਹੁੰਦੇ ਨੇ ਨਾ, ਭਾਵੇਂ ਕੋਈ ਦੇਰ ਬਾਅਦ ਯਾਦ ਕਰੇ, ਭਗਤ ਜਿਹੜੇ ਨੇ ਉਹ ਡੋਰੀ ਹੁੰਦੀ ਹੈ। ਇੱਕ ਡੋਰੀ, ਜਿਵੇਂ ਪਤੰਗ ਨਾਲ ਡੋਰੀ ਨਹੀਂ ਹੁੰਦੀ, ਤੇ ਕਿੰਨੀ ਦੂਰ ਪਤੰਗ ਚਲਿਆ ਜਾਵੇ, ਆਕਾਸ਼ 'ਚ ਚਲਾ ਜਾਂਦਾ, ਜੇ ਡੋਰੀ ਨਾਲ ਹੈ ਪਤੰਗ ਦੇ ਫਿਰ ਖਿੱਚ ਕੇ ਆਪਾਂ ਆਪਣੇ ਕੋਲ ਬੁਲਾ ਹੀ ਲੈਂਦੇ ਆ ਨਾ। ਤੇ ਜੇ ਟੁੱਟ ਜੇ ਡੋਰੀ ਫੇਰ ਨਹੀਂ ਪਤੰਗ ਆਉਂਦਾ। ਐਸੇ ਤਰ੍ਹਾਂ ਜਿਹੜੇ ਭਗਤ ਨੇ ਡੋਰੀ ਪਰਮੇਸ਼ਰ ਨਾਲ ਜੋੜੀ ਹੋਈ ਹੈ ਪ੍ਰੇਮ ਵਾਲੀ, ਤੇ ਉਹ ਫਿਰ ਉਤਰੇ ਆਉਂਦਾ ਹੈ। ਜੇ ਤੋੜ ਦਈਏ ਅਸੀਂ ਤੇ ਫਿਰ ਤਾਂ ਉਹ ਕਿਤੇ ਤੇ ਕਿਤੇ ਹੋਰ ਹੀ ਲੰਘ ਜਾਂਦਾ। ਇਸ ਕਰਕੇ ਰਹੋ ਵਿਚਾਰ। ਤੇ ਉਹ ਕਹਿੰਦੇ ਸਵਾਰਥੀ ਭਗਤ ਨੇ ਹੁਣ ਸਾਨੂੰ ਯਾਦ ਕੀਤਾ ਸੀ, ਤੇ ਸਾਨੂੰ ਆ ਕੇ ਫਿਰ ਇਹਦੀ ਇੱਛਾ ਪੂਰੀ ਕਰਨੀ ਪਈ। ਤੇ ਜੇ ਅਸੀਂ ਉਹਨੂੰ ਸਦਾ ਯਾਦ ਰੱਖੀਏ ਤੇ ਸਾਨੂੰ ਘਾਟਾ ਪਵੇ ਹੀ ਨਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਘਾਟਾ ਪਾਉਣਾ ਹੀ ਕਾਹਨੂੰ? ਇਸ ਕਰਕੇ ਉਹਨੂੰ ਸਦਾ ਯਾਦ ਰੱਖੀਏ। ਉਹ ਸਾਡੇ ਨੇੜੇ ਹੀ ਹੈ, ਹੱਥਾਂ ਪੈਰਾਂ ਤੋਂ ਵੀ ਨੇੜੇ ਹੀ ਹੈ ਪਰਮੇਸ਼ਰ। ਹੱਥ ਪੈਰ ਵੀ ਸਾਡੇ ਦੂਰ ਨੇ ਹਲੇ ਸਾਡੇ ਤੋਂ, ਪਰਮੇਸ਼ਰ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ। ਉਹਨੂੰ ਯਾਦ ਰੱਖੀਏ, ਉੱਠਦਿਆਂ ਬਹਿੰਦਿਆਂ, ਸੌਂਦਿਆਂ ਜਾਗਦਿਆਂ, ਹੱਸਦਿਆਂ ਖੇਡਦਿਆਂ ਖਾਂਦਿਆਂ, ਉਹਨੂੰ ਯਾਦ ਰੱਖੀਏ। ਉਹ ਸਾਡੇ ਨਾਲ ਸਦਾ ਨਿਭਦਾ ਹੈ। ਪਿਆਰ ਵਾਲਿਆਂ ਨੂੰ ਸਦਾ ਹੀ ਨਾਲ ਨਿਭਦਾ ਹੈ, ਉਹਨਾਂ ਦੇ ਕਾਰਜਾਂ ਵਿੱਚ ਸਦਾ ਸਹਾਈ ਹੁੰਦਾ ਹੈ। ਸੋ ਇਸ ਕਰਕੇ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਪਰਮੇਸ਼ਰ ਵਾਹਿਗੁਰੂ ਨੂੰ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤਾਹੇ ਸਿਮਰਨ ਤਾਹੇ ਬਾਰੰਬਾਰ। ਗੁਰ ਹੇਤ ਹੈ ਭਾਵਨੀ ਭਗਤ ਭਾਏ, ਕੌਡੀ ਅਗਰ ਭਾਗ ਰੱਖੇ, ਇੱਕ ਕੌਡੀ ਵੀ ਰੱਖ ਦੇ, ਸਾਰੇ ਖਜ਼ਾਨੇ ਉਹਦੇ ਕੋਲੋਂ ਵਾਪਸ ਲੈ ਲੈ। ਐਡਾ ਦਿਆਲੂ ਹੈ। ਅਗਲੇ ਅਖੀਰਲੀ ਪੰਕਤੀ ਚ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ। ਦਇਆ ਨਿਧ ਤੋਂ ਭਾਵ ਦਇਆ ਦਾ ਖਜ਼ਾਨਾ ਹੈ ਸਤਿਗੁਰੂ, ਜਿਹਦੀ ਮਹਿਮਾ ਜਿਹੜੀ ਹੈ ਵਡਿਆਈ ਅਗਾਧ ਬੋਧ ਹੈ, ਕਹਿਣੀ ਕਥਨੀ ਤੋਂ ਬਾਹਰ ਹੈ। ਕਹਿੰਦੇ ਐਸੇ ਗੁਰੂ ਨੂੰ, ਐਸੇ ਪਰਮੇਸ਼ਰ ਨੂੰ ਕੀ ਕਰਨਾ ਬਣਦਾ ਹੈ? ਨਮੋ 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 ਨੇਤ ਨੇਤ ਨੇਤ, ਅਨੇਕਾਂ ਵਾਰ ਉਹਨੂੰ ਨਮਸਕਾਰ ਬਣਦੀ ਹੈ, ਜਿਹੜਾ ਪਰਮੇਸ਼ਰ ਜੀ ਸਾਰੇ ਖਜ਼ਾਨਿਆਂ ਦਾ ਮਾਲਕ ਹੈ। ਨੀਵਾਂ ਹੋ ਕੇ ਲੁੱਟਣ ਦੀ ਗੱਲ ਹੈ ਬਸ। ਜਦੋਂ ਨੀਵੇਂ ਹੋ ਕੇ ਲੁੱਟ ਲਾਂਗੇ, ਜੇ ਹੁਣ ਵਸਤੂ ਹੇਠਾਂ ਪਈ ਹੋਵੇ ਤਾਂ ਹੇਠਾਂ ਝੁੱਕ ਕੇ ਲੈਣੀ ਪੈਣੀ ਹੈ ਨਾ। ਜੇ ਹੁਣ ਆਕੜ ਕੇ ਖੜਾਂਗੇ ਫਿਰ ਥੋੜਾ ਵਸਤੂ ਮਿਲੂ। ਤੇ ਖਜ਼ਾਨਾ ਕਿਵੇਂ ਮਿਲਦਾ? ਪਰਮੇਸ਼ਰ ਦੇ ਘਰੋਂ ਨੀਵਾਂ ਹੋ ਕੇ, ਨਿਮਰਤਾ ਦੇ ਨਾਲ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਖਜ਼ਾਨੇ ਲੈ ਲਓ। ਅਖੀਰਨੀ ਧਾਰਨਾ ਪੜ੍ਹ ਕੇ ਸ਼ਲੋਕ ਫਿਰ ਸਾਰੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਾਂਗੇ। ਭਰੇ ਪਏ ਨੇ ਖਜ਼ਾਨੇ ਸੱਚੇ ਸਾਹਿਬ ਦੇ, ਨੀਵਾ ਹੋ ਕੇ ਲੁੱਟ ਲੈ ਮਨਾ। ਭਰੇ ਪਏ ਨੇ ਖਜ਼ਾਨੇ ਸੱਚੇ ਸਾਹਿਬ ਦੇ, ਨੀਵਾ ਹੋ ਕੇ ਲੁੱਟ ਲੈ ਮਨਾ।
ਸੱਚੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਲੈ ਮਨਾ ਉਹ ਭਰੇ ਪਏ ਨੇ ਖਜ਼ਾਨੇ ਸੱਚੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਲੈ ਏ ਨੇ ਖਜ਼ਾਨੇ ਸੱਚੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਲੈ ਮਨਾ ਭਰੇ ਪਏ ਨੇ ਖਜ਼ਾਨੇ ਸੱਚੇ ਸਾਹਿਬ ਦੇ ਨੀਵਾ ਹੋ ਕੇ ਲੁੱਟ ਲੈ ਮਨਾ ਇਹ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਅਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਸੇ ਮੁਖ ਉਜਲੇ ਕੀਤੀ ਛੁੱਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ